ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅਪਾਰ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੋਜ਼ ਸਤਸੰਗਤ ਦੀਆਂ ਕੜੀਆਂ ਬਖਸ਼ ਦਿੰਦੇ ਹਨ। ਕੋਟਾਨਕੋਟ ਸ਼ੁਕਰਾਨਾ, ਕੋਟਾਨਕੋਟ ਸ਼ੁਕਰਾਨਾ। ਸੰਗਤ ਜੀ, ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਪ੍ਰਕਾਸ਼ ਉਤਸਵ ਹੈ ਉਹਨਾਂ ਦਾ। ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ। ਪੋਥੀ ਪਰਮੇਸ਼ਰ ਕਾ ਥਾਨ। ਸੰਗਤ ਜੀ, ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਲਿਖਿਆ ਹੈ, ਪਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਹੈ ਮਨੁੱਖ, ਤੈਨੂੰ ਇਹ ਜਿਹੜਾ ਸਰੀਰ ਮਿਲਿਆ ਹੈ, ਮਨੁੱਖਤਾ ਦੀ ਦੇਹ ਮਿਲੀ ਹੈ, ਇਹ ਬੜੀ ਮੁਸ਼ਕਲਾਂ ਨਾਲ ਮਿਲੀ ਹੈ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸ਼ਰਨਾਏ। ਬੜੀਆਂ ਜੂਨਾਂ ਤੋਂ ਅਸੀਂ ਫਿਰ ਕੇ ਇਸ ਮਨੁੱਖਤਾ ਦੀ ਜੂਨ ਵਿੱਚ ਆਏ ਹਾਂ। ਮਨੁੱਖਤਾ ਦੇਹ ਸਾਨੂੰ ਪ੍ਰਾਪਤ ਹੋਈ ਹੈ। ਇਹ ਮਨੁੱਖ, ਇਹ ਬੜੀ ਦੁਰਲਭ ਦੇਹ ਹੈ, ਇਹ ਬੜੀ ਮੁਸ਼ਕਲਾਂ ਨਾਲ ਪ੍ਰਾਪਤ ਹੋਈ ਹੈ। ਹੁਣ ਕੀ ਕਰਨਾ ਹੈ? ਪਈ ਪ੍ਰਾਪਤ ਮਨੁੱਖ ਦੇਹਰੀਆ। ਇਹ ਕਿਸ ਵਾਸਤੇ ਮਿਲੀ ਹੈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਪਰਮਾਤਮਾ ਨੂੰ ਮਿਲਣ ਵਾਸਤੇ ਤੈਨੂੰ ਦੇਹ ਮਿਲੀ ਹੈ। ਕਿਉਂ? ਕਿਉਂਕਿ ਇਸ ਦੇਹ ਦੇ ਅੰਦਰ ਰਹਿ ਕੇ ਤੈਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਹੈ, ਤੈਨੂੰ ਰਸਨਾ ਦਿੱਤੀ ਹੈ, ਤੈਨੂੰ ਸੋਝੀ ਪਾਈ ਹੈ ਕਿ ਤੂੰ ਪਰਮਾਤਮਾ ਨੂੰ ਮਿਲਣਾ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੈਨੂੰ ਕੋਈ ਹੋਰ ਕੰਮ ਨਹੀਂ ਹੈ, ਤੂੰ ਹੋਰ ਕੋਈ ਕੰਮ ਨਹੀਂ ਕਰਨਾ। ਤੇਰਾ ਸਰਵ ਪ੍ਰਥਮ ਔਰ ਮੁੱਖ ਕੰਮ ਕੀ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਦੇ ਨਾਲ ਮਿਲ ਕੇ ਤੂੰ ਪ੍ਰਭੂ ਦਾ ਨਾਮ ਧਿਆਣਾ ਹੈ। ਹੁਣ ਪਰਮੇਸ਼ਵਰ ਨੂੰ ਮਿਲਣ ਵਾਸਤੇ ਇਹ ਮਿਲੀ ਹੈ ਸਾਨੂੰ ਦੇ। ਤੇ ਪਰਮੇਸ਼ਵਰ ਕਿੱਥੇ ਮਿਲੇਗਾ? ਕਿੱਥੇ ਮਿਲੇਗਾ ਪਰਮੇਸ਼ਵਰ? ਇਹ ਕੋਈ ਪੁੱਛੇ। ਪਰਮੇਸ਼ਵਰ ਤੇ ਸਾਰੀ ਜਗ੍ਹਾ ਹੈ। ਇਹਦਾ ਵੀ ਬਾਣੀ 'ਚ ਜਵਾਬ ਲਿਖਿਆ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ। ਕਿ ਇਹ ਜਿਹੜੀ ਪੋਥੀ ਹੈ, ਇਹ ਜਿਹੜੀ ਬਾਣੀ ਹੈ ਨਾ, ਇਹ ਪਰਮੇਸ਼ਵਰ ਨੂੰ ਮਿਲਣ ਦੀ ਥਾਂ ਹੈ। ਤੇ ਹੁਣ ਇੱਥੇ ਸ਼ਬਦ ਦੇ ਨਾਲ ਅਸੀਂ ਕਿਸ ਤਰ੍ਹਾਂ ਪਰਮਾਤਮਾ ਨੂੰ ਮਿਲ ਸਕਦੇ ਹਾਂ? ਪੋਥੀ ਤੇ ਚਲੋ ਬਾਬਾ ਜੀ ਨੇ ਸਾਨੂੰ ਦੇ ਦਿੱਤੀ। ਸਾਨੂੰ ਪੋਥੀ ਇੱਕ ਥਾਂ ਪਤਾ ਚੱਲ ਗਈ ਕਿ ਸਿਫਤ ਸਲਾਹ ਕਰਕੇ ਸਾਨੂੰ ਪਰਮਾਤਮਾ ਦਾ ਨਾਮ, ਸਿਫਤ ਸਲਾਹ ਕਰਨੀ ਹੈ ਪਰਮਾਤਮਾ ਦੀ। ਹੁਣ ਅਗਲੀ ਪੰਕਤੀ 'ਚ ਪਾਤਸ਼ਾਹ ਲਿਖਦੇ ਨੇ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਜਦੋਂ ਸਾਧ ਸੰਗਤ ਦੀ, ਸਾਧਾਂ ਦੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਪ੍ਰਭੂ ਦੀ ਸ਼ਰਨ ਲੈ ਕੇ ਤੁਸੀਂ ਪ੍ਰਭੂ ਨੂੰ ਧਿਆਵੋਗੇ, ਉਹਦੀ ਸਿਫਤ ਸਲਾਹ ਕਰੋਗੇ ਨਾ, ਤੇ ਫਿਰ ਕੀ ਹੋਏਗਾ? ਪੂਰਨ ਬ੍ਰਹਮ ਗਿਆਨ। ਫਿਰ ਤੁਹਾਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਅਸੀਂ ਕਿੰਨੇ ਵਡਭਾਗੀਆਂ ਸੰਗਤ ਜੀ। ਸਾਡੇ ਗੁਰੂਆਂ ਨੇ ਸਾਡੇ ਤੇ ਕਿੰਨੀ ਮਿਹਰ ਕੀਤੀ ਹੈ। ਸਾਨੂੰ ਪੂਰਾ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਕੇ ਗਏ ਨੇ। ਸਾਨੂੰ ਤੇ ਇੱਧਰ ਉੱਧਰ ਭਟਕਣ ਦੀ ਲੋੜ ਹੀ ਨਹੀਂ। ਆਪਣੇ ਗੁਰੂ ਦੇ ਲੜ ਲੱਗੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇਹਨਾਂ ਨੇ ਸਾਨੂੰ ਇੰਨਾ ਵਡਮੁੱਲਾ, ਅਨੋਖਾ, ਜੀਂਦਾ ਜਾਗਦਾ ਗੁਰੂ ਸਾਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਸਾਨੂੰ ਤਿਆਰ ਕਰਕੇ ਦਿੱਤਾ। ਹੁਣ ਸੰਗਤ ਜੀ, ਅਸੀਂ ਸਾਰੇ ਕਹਿੰਦੇ ਆ ਕਿ ਬਾਣੀ, ਗੁਰੂ ਦੀ ਬਾਣੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ, ਗੁਰੂ ਦੀ ਬਾਣੀ ਲਿਖੀ ਹੈ। ਪਰ ਪਹਿਲਾਂ ਕਈਆਂ ਦੇ ਮਨ 'ਚ ਪ੍ਰਸ਼ਨ ਉੱਠਦਾ ਹੈ, ਜਿਹੜਾ ਕਿ ਅਸੀਂ ਅੱਜ ਅਸੀਂ ਇਹ ਸਾਂਝੇ ਕਰਾਂਗੇ ਕਿ ਬਾਣੀ ਦਾ ਪ੍ਰਕਾਸ਼ ਕਦੋਂ ਹੋਇਆ? ਪਹਿਲਾ ਪ੍ਰਸ਼ਨ, ਬਾਣੀ ਦਾ ਪ੍ਰਕਾਸ਼ ਕਦੋਂ ਹੋਇਆ? ਦੂਜਾ ਪ੍ਰਸ਼ਨ ਕਿ ਬਾਣੀ ਕਿਸ ਸਮੇਂ ਤੇ ਧਰਤੀ ਤੇ ਆਈ? ਔਰ ਤੀਸਰਾ ਪ੍ਰਸ਼ਨ, ਇਹ ਬਾਣੀ ਸਾਡੇ ਤੱਕ ਕਿਵੇਂ ਪਹੁੰਚੀ? ਅੱਜ ਸੰਗਤ ਜੀ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰਸ਼ਨਾਂ ਦੇ ਉੱਤਰ ਅਸੀਂ ਸਾਂਝੇ ਕਰ ਸਕੀਏ। ਸਾਰਿਆਂ ਨਾਲੋਂ ਪਹਿਲਾਂ ਬਾਣੀ ਦਾ ਪ੍ਰਕਾਸ਼ ਕਦੋਂ ਹੋਇਆ? ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
ਬਾਣੀ ਹੈ, ਇਹ ਜੋ ਰੱਬੀ ਰੂਹਾਂ ਆਈਆਂ, ਜੋ ਰੱਬੀ ਬੋਲ ਆਏ, ਜੋ ਧੁਰ ਕੀ ਬਾਣੀ ਆਈ, ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਹ ਸ਼ਬਦ ਸਾਡਾ ਗੁਰੂ ਹੈ। ਪਰ ਇਹ ਬਾਣੀ ਪ੍ਰਕਾਸ਼ ਕਦੋਂ ਹੋਈ? ਪਹਿਲੀ ਵਾਰ ਬਾਣੀ ਕਦੋਂ ਆਈ? ਬਾਣੀ ਦਾ ਪ੍ਰਕਾਸ਼ ਕਿਸ ਸਮੇਂ ਤੇ ਹੋਇਆ? ਸੰਗਤ ਜੀ, ਬਾਣੀ ਦਾ ਪ੍ਰਕਾਸ਼ ਉਸੇ ਸਮੇਂ ਤੇ ਹੋਇਆ ਜਿਸ ਸਮੇਂ ਤੇ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਪ੍ਰਕਾਸ਼ਮਾਨ ਹੋਏ। ਉਸੇ ਸਮੇਂ ਬਾਣੀ ਦਾ ਵੀ ਪ੍ਰਕਾਸ਼ ਹੋਇਆ ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਇੱਕ ਓੰਕਾਰ ਉਚਾਰਿਆ। ਉਸੇ ਸਮੇਂ ਬਾਣੀ ਦਾ ਪ੍ਰਕਾਸ਼ ਹੋਇਆ। ਸੰਗਤ ਜੀ, ਇਹ ਧੁਰ ਕੀ ਬਾਣੀ, ਇਹ ਧੁਰ ਕੀ ਬਾਣੀ ਜਦੋਂ ਰੱਬੀ ਰੂਹਾਂ ਦੇ ਹਿਰਦੇ ਦੇ ਵਿੱਚ ਆਈ, ਇਹ ਰੱਬੀ ਬੋਲ ਜਦੋਂ ਭਗਤਾਂ ਦੇ ਰੱਬੀ ਰੂਹਾਂ ਦੇ ਹਿਰਦੇ ਦੇ ਵਿੱਚ ਆਏ, ਇਹ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਕੱਤਰਿਤ ਕੀਤੇ, ਇਹ ਤੇ ਲਿਖਵਾਏ। ਹੁਣ ਸੰਗਤ ਜੀ, ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ। ਧੁਰ ਕੀ ਬਾਣੀ ਆਈ, ਇਹ ਬਾਣੀ ਨਿਰੰਕਾਰ ਹੈ। ਹੁਣ ਇਹ ਬਾਣੀ ਕਦੋਂ ਕਦੋਂ ਧਰਤੀ ਤੇ ਆਈ? ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ, ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਹੁਣ ਇਹ ਬਾਣੀ ਕਦੋਂ ਕਦੋਂ ਆਈ? ਇਹ ਬਾਣੀ ਉਸ ਸਮੇਂ ਤੇ ਆਈ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਵਿੱਚ ਲੀਨ ਹੋ ਕੇ ਬੈਠਦੇ ਸੀ। ਇਹ ਬਾਣੀ ਉਦੋਂ ਆਈ ਧੁਰ ਕੀ ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਆਪਣੇ ਧਿਆਨ ਦੇ ਵਿੱਚ ਬੈਠਦੇ ਹੁੰਦੇ ਸੀ। ਬਾਣੀ ਉਦੋਂ ਧਰਤੀ ਤੇ ਆਈ, ਧੁਰ ਕੀ ਬਾਣੀ ਉਸ ਸਮੇਂ ਧਰਤੀ ਤੇ ਆਈ ਜਦੋਂ ਕੋਈ ਜਿਗਿਆਸੂ ਗੁਰੂ ਸਾਹਿਬ ਨੂੰ ਪ੍ਰਸ਼ਨ ਕਰਦਾ ਹੁੰਦਾ ਸੀ। ਧੁਰ ਕੀ ਬਾਣੀ ਉਸ ਸਮੇਂ ਧਰਤੀ ਤੇ ਆਈ ਜਦੋਂ ਕੋਈ ਮਨੁੱਖ ਦੇ ਹਿਰਦੇ ਦੇ ਵਿੱਚ ਸ਼ੰਕਾ ਆ ਜਾਂਦੀ ਸੀ ਤੇ ਗੁਰੂ ਸਾਹਿਬ ਉਹਦੀ ਸ਼ੰਕਾ ਦੂਰ ਕਰਨ ਵਾਸਤੇ ਇਹ ਧੁਰ ਕੀ ਬਾਣੀ ਉਚਾਰਦੇ ਹੁੰਦੇ ਸੀ। ਧੁਰ ਕੀ ਬਾਣੀ ਧਰਤੀ ਤੇ ਉਸ ਸਮੇਂ ਤੇ ਆਈ ਜਦੋਂ ਕਿਸੇ ਰੋਗੀ ਦਾ ਰੋਗ ਸਤਿਗੁਰਾਂ ਨੇ ਕੱਟਣਾ ਹੁੰਦਾ ਸੀ, ਉਦੋਂ ਧੁਰ ਕੀ ਬਾਣੀ ਧਰਤੀ ਤੇ ਆਈ। ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ ਜਦੋਂ ਕੋਈ ਜਿਗਿਆਸੂ ਜਾਂ ਕੋਈ ਮਨ ਦੇ ਵਿੱਚ ਸ਼ੰਕਾ ਲੈ ਕੇ ਬੈਠਦਾ ਸੀ, ਗੁਰੂ ਸਾਹਿਬ ਨੂੰ ਪ੍ਰਸ਼ਨ ਕਰਦਾ ਸੀ, ਉਦੋਂ ਧੁਰ ਕੀ ਬਾਣੀ ਆਉਂਦੀ ਸੀ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਉਦਾਸੀਆਂ ਸਮੇਂ ਦੀਪਾਲਪੁਰ ਪਹੁੰਚੇ ਤੇ ਉੱਥੇ ਸੰਗਤ ਜੀ, ਇਹ ਥੋੜੇ ਦਿਨ ਪਹਿਲਾਂ ਵੀ ਅਸੀਂ ਸਾਖੀ ਕੀਤੀ ਸੀ ਕਿ ਜਦੋਂ ਦੀਪਾਲਪੁਰ ਪਹੁੰਚੇ ਤੇ ਉੱਥੇ ਅਚਾਨਕ ਜਦੋਂ ਪਿੰਡ ਦੇ ਬਾਹਰ ਪਹੁੰਚੇ ਤੇ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਜਦੋਂ ਬਾਰਿਸ਼ ਹੋਈ ਤੇ ਮਰਦਾਨਾ ਜੀ ਨੇ ਕਿਹਾ, ਸਤਿਗੁਰੂ ਮੈਂ ਪਿੰਡ 'ਚ ਜਾ ਕੇ ਵੇਖ ਆਨਾ ਕਿ ਕੋਈ ਕਿਤੇ ਰਹਿਣ ਦਾ, ਰਾਤ ਕੱਟਣ ਦਾ ਕਿਤੇ ਪ੍ਰਬੰਧ ਹੋ ਜਾਏ। ਤੇ ਜਦੋਂ ਭਾਈ ਮਰਦਾਨਾ ਜੀ ਨੇ ਪਿੰਡ 'ਚ ਜਾ ਕੇ ਇੱਕ ਘਰ ਦੀ ਕੁੰਡੀ ਖੜਕਾਈ ਤੇ ਉਸਨੇ ਪੁੱਛਿਆ, ਤੁਸੀਂ ਕੌਣ ਹੋ? ਜੀ ਮੈਂ ਮਰਦਾਨਾ ਹਾਂ। ਕੀ ਚਾਹੀਦਾ ਹੈ? ਜੀ ਬਾਰਿਸ਼ ਹੋ ਰਹੀ ਹੈ, ਸਾਨੂੰ ਰਾਤ ਰੁਕਣ ਵਾਸਤੇ ਇੱਥੇ ਜਗ੍ਹਾ ਮਿਲੇਗੀ? ਠੀਕ ਹੈ, ਤੁਸੀਂ ਆ ਸਕਦੇ ਹੋ, ਪਰ ਮੇਰੇ ਨਾਲ ਮੇਰੇ ਗੁਰੂ ਜੀ ਨੇ। ਤੇਰੇ ਗੁਰੂ ਕੌਣ ਨੇ? ਉਹ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਬਈ ਤੂੰ ਤੇ ਮੁਸਲਮਾਨ ਹੈ, ਤੈਨੂੰ ਤੇ ਅਸੀਂ ਰੱਖ ਲਾਂਗੇ, ਪਰ ਤੇਰੇ ਗੁਰੂ ਨੂੰ ਉਹ ਕੌਣ ਹੈ? ਉਹ ਹਿੰਦੂ ਹੈ ਕਿ ਮੁਸਲਮਾਨ? ਉਹ ਕਹਿੰਦੇ ਨੇ ਮੇਰੇ ਗੁਰੂ ਦਾ ਮੇਰਾ ਗੁਰੂ ਤੇ ਫਕੀਰ ਹੈ, ਉਹ ਤੇ ਸਾਰਿਆਂ ਦਾ ਸਾਂਝਾ ਹੈ, ਅਸੀਂ ਤੇ ਨਹੀਂ ਉਹਨੂੰ ਰੱਖਾਂਗੇ। ਤੂੰ ਮੁਸਲਮਾਨ ਹੈ, ਤੂੰ ਰਹਿ ਸਕਦਾ ਹੈ। ਜਦੋਂ ਭਾਈ ਮਰਦਾਨਾ ਜੀ ਅਗਲੇ ਘਰ ਪਹੁੰਚੇ ਤੇ ਅਗਲੇ ਘਰ ਵੀ ਤੇਰੇ ਗੁਰੂ ਨੂੰ ਰੱਖ ਲਾਂਗੇ, ਤੈਨੂੰ ਨਹੀਂ ਰੱਖਾਂਗੇ, ਤੂੰ ਮੁਸਲਮਾਨ ਹੈ। ਇਸੇ ਤਰ੍ਹਾਂ ਜਦੋਂ ਭਾਈ ਮਰਦਾਨਾ ਜੀ ਨੇ ਆ ਕੇ ਪਾਤਸ਼ਾਹ ਨੂੰ ਦੱਸਿਆ ਕਿ ਪਾਤਸ਼ਾਹ ਇੱਥੇ ਤੇ ਜਾਤ ਪਾਤ ਹੈ, ਇੱਥੇ ਤੇ ਕੋਈ ਰੱਖਣ ਨੂੰ ਤਿਆਰ ਨਹੀਂ ਹੈ, ਤੇ ਪਾਤਸ਼ਾਹ ਤੁਰਦੇ ਤੁਰਦੇ ਜਦੋਂ ਗਾਂ ਪਹੁੰਚੇ ਤੇ ਕਿਸੇ ਦੇ ਕਰਾਣ ਦੀ, ਕਿਸੇ ਦੇ ਵਿਲਾਪ ਕਰਨ ਦੀ ਆਵਾਜ਼ ਆ ਰਹੀ ਸੀ, ਇੱਕ ਟੁੱਟੀ ਫੁੱਟੀ ਕੱਖਾਂ ਦੀ ਝੋਂਪੜੀ ਚੋਂ। ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆ ਜਾ ਕੇ ਵੇਖ, ਇਹ ਕੌਣ ਹੈ? ਇਹ ਕੌਣ ਰੋ ਰਿਹਾ ਹੈ?
ਜਦੋਂ ਭਾਈ ਮਰਦਾਨਾ ਜੀ ਝੌਂਪੜੀ ਵੱਲ ਗਏ, ਐਨੀ ਬਦਬੂ ਆਈ ਝੌਂਪੜੀ ਚੋਂ ਕਿ ਭਾਈ ਮਰਦਾਨਾ ਜੀ ਕੋ ਅੰਦਰ ਨਾ ਜਾਇਆ ਗਿਆ। ਭਾਈ ਮਰਦਾਨਾ ਜੀ ਬਾਹਰ ਆ ਗਏ, ਸਤਿਗੁਰੂ ਉੱਥੇ ਤੇ ਬੜੀ ਬੋ ਹੈ, ਬੜੀ ਬਦਬੂ ਹੈ। ਜਾ ਮਰਦਾਨਿਆ ਜਾ, ਮਨ ਚ ਨਹੀਂ ਲਿਆਈਦਾ, ਕਿਸੇ ਦੇ ਨਾਲ ਉਹ ਭੇਦਭਾਵ ਨਹੀਂ ਕਰੀਦਾ, ਜਾ ਅੰਦਰ ਜਾ ਕੇ ਵੇਖ। ਸਤਵਚਨ ਪਾਤਸ਼ਾਹ ਜਦੋਂ ਭਾਈ ਮਰਦਾਨਾ ਜੀ ਅੰਦਰ ਗਏ ਤੇ ਵੇਖਿਆ ਇੱਕ ਮਨੁੱਖ ਜਿਹਦਾ ਕਿ ਸਰੀਰ ਗਲਿਆ ਹੋਇਆ ਹੈ ਕੋੜ ਦੇ ਨਾਲ, ਵਿਲਾਪ ਕਰ ਰਿਹਾ ਹੈ। ਪਾਤਸ਼ਾਹ ਇੱਥੇ ਤੇ ਇੱਕ ਮਨੁੱਖ ਹੈ ਜਿਹਦੀ ਕਿ ਸਰੀਰਿਕ ਹਾਲਤ ਬਹੁਤ ਖਰਾਬ ਹੋਈ ਹੈ, ਸਾਰਾ ਗਲਿਆ ਪਿਆ ਹੈ। ਪਾਤਸ਼ਾਹ ਨੇ ਮਰਦਾਨਾ ਜੀ ਨੂੰ ਕਿਹਾ, ਮਰਦਾਨਾ ਉਹਨੂੰ ਬਾਹਰ ਲੈ ਕੇ ਆ। ਭਾਈ ਮਰਦਾਨਾ ਜੀ ਕਿਸੇ ਤਰ੍ਹਾਂ ਉਹਨੂੰ ਬਾਹਰ ਲੈ ਕੇ ਆਏ। ਜਦੋਂ ਬਾਹਰ ਲੈ ਕੇ ਆਏ, ਪੁੱਛਿਆ, ਭਾਈ ਤੂੰ ਕੌਣ ਹੈ? ਪਾਤਸ਼ਾਹ ਕਿਸੇ ਸਮੇਂ 'ਚ ਮੈਂ ਇਸ ਪਿੰਡ ਦਾ ਇੱਕ ਸ਼ਾਹੂਕਾਰ ਸੀ ਪਾਤਸ਼ਾਹ, ਮੈਂ ਬੜਾ ਅਮੀਰ ਸੀ, ਮੈਨੂੰ ਮੈਂ ਰੋਗਗ੍ਰਸਤ ਹੋ ਗਿਆ। ਮੇਰੇ ਆਪਣੇ ਬੱਚਿਆਂ ਨੇ ਹੀ ਮੈਨੂੰ ਪਾਤਸ਼ਾਹ ਘਰੋਂ ਕੱਢ ਦਿੱਤਾ, ਮੇਰੇ ਨੂੰਹਾਂ ਪੁੱਤਰਾਂ ਨੇ ਮੈਨੂੰ ਘਰੋਂ ਕੱਢ ਦਿੱਤਾ। ਪਾਤਸ਼ਾਹ ਮੈਨੂੰ ਬਾਹਰ ਝੌਂਪੜੀ 'ਚ ਲਿਆ ਕੇ ਸੁੱਟਤਾ। ਪਾਤਸ਼ਾਹ ਕਦੋਂ ਸ਼ੁਰੂ 'ਚ ਤੇ ਇੱਕ ਅੱਧੀ ਰੋਟੀ ਦਾ ਟੁਕੜਾ ਮੇਰੇ ਅੱਗੇ ਪਾ ਦਿੰਦੇ ਸੀ ਪਾਤਸ਼ਾਹ, ਹੁਣ ਤੇ ਉਹ ਵੀ ਮੈਨੂੰ ਭੁੱਲ ਭੱਲ ਗਏ। ਤੇ ਪਾਤਸ਼ਾਹ ਨੇ ਉਹਦੇ ਤੇ ਮਿਹਰ ਕੀਤੀ। ਉਹਦਾ ਰੋਗ, ਮਨ ਦਾ ਰੋਗ ਕੱਟਣਾ ਸੀ। ਕਿਉਂਕਿ ਉਹਦਾ ਜਦੋਂ ਸਮੇਂ ਸੀ, ਜਦੋਂ ਉਹ ਜਦੋਂ ਜਵਾਨ ਸੀ, ਜਦੋਂ ਉਹਦੇ ਕੋਲ ਧਨ ਸੀ, ਜਦੋਂ ਉਹਦੇ ਸਰੀਰ ਤੇ ਜਵਾਨੀ ਸੀ, ਉਦੋਂ ਤੇ ਉਹਨੇ ਪਰਮਾਤਮਾ ਨੂੰ ਭੁਲਾ ਕੇ ਬੈਠਾ ਹੋਇਆ ਸੀ। ਔਰ ਹੁਣ ਜਦੋਂ ਪਰਮਾਤਮਾ ਨੂੰ ਭੁੱਲ ਕੇ ਬੈਠ ਗਿਆ ਔਰ ਬੱਚਿਆਂ ਦੇ ਕੰਮਾਂ ਕਾਜਾਂ 'ਚ ਲੱਗਿਆ ਰਿਹਾ, ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਅੱਜ ਸਮੇਂ ਆਇਆ ਜਦੋਂ ਬੱਚਿਆਂ ਨੇ ਉਹਨਾਂ ਨੂੰ ਨਹੀਂ ਪੁੱਛਿਆ। ਤੇ ਪਰਮਾਤਮਾ ਨੇ ਮਨ ਦਾ ਰੋਗ ਦੂਰ ਕਰਨਾ ਸੀ ਕਿ ਹੇ ਮਨੁੱਖ, ਜਿਨ੍ਹਾਂ ਦੇ ਪਿੱਛੇ ਤੂੰ ਆਪਣਾ ਚਿੱਤ ਲਗਾ ਕੇ ਬੈਠਾ ਹੋਇਆ ਨਾ, ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ, ਨਾਲ ਜਾਣਾ ਹੈ ਪਰਮਾਤਮਾ ਦਾ ਨਾਮ, ਜਿਹਨੂੰ ਤੂੰ ਵਿਸਰ ਕੇ ਬੈਠਾ ਹੋਇਆ ਸੀ। ਤੇ ਪਾਤਸ਼ਾਹ ਨੇ ਮਨ ਦੇ ਰੋਗ, ਤਨ ਦੇ ਰੋਗ ਕੱਟਣ ਵਾਸਤੇ ਪਾਤਸ਼ਾਹ ਨੇ ਬਾਣੀ ਉਚਾਰੀ। ਉਸ ਸਮੇਂ ਤੇ ਜਦੋਂ ਕਿਸੇ ਦੇ ਮਨ ਦੇ ਰੋਗ ਕੱਟਣੇ ਸੀ, ਜਦੋਂ ਤਨ ਦੇ ਰੋਗ ਕੱਟਣੇ ਸੀ, ਜਿਸ ਤਰ੍ਹਾਂ ਕਿ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਦੋਂ ਗੂੰਗੇ ਦੇ ਸਿਰ ਦੇ ਉੱਤੇ ਛੜੀ ਰੱਖੀ, ਪੰਡਤ ਲਾਲ ਚੰਦ ਜੀ ਦੇ ਮਨ ਦੇ ਰੋਗ ਦੂਰ ਕੀਤੇ, ਛੱਜੂ ਝੀਵਰ ਦੇ ਤਨ ਦੇ ਰੋਗ ਦੂਰ ਕੀਤੇ। ਸੰਗਤ ਜੀ, ਬਾਣੀ ਧਰਤੀ ਤੇ ਉਦੋਂ ਆਈ। ਔਰ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰੋਗੀ ਦਾ ਕਸ਼ਟ ਦੂਰ ਕੀਤਾ ਤੇ ਪਾਤਸ਼ਾਹ ਨੇ ਉਦੋਂ ਬਾਣੀ ਉਚਾਰੀ। ਜਦੋਂ ਤਨ ਦੇ, ਮਨ ਦੇ ਇਹ ਰੋਗ ਦੂਰ ਕਰਨੇ ਸੀ। ਹੁਣ ਸੰਗਤ ਜੀ, ਧੁਰ ਕੀ ਬਾਣੀ ਆਈ। ਬਾਣੀ ਹੈ, ਪਾਤਸ਼ਾਹ ਨੇ ਉਦੋਂ ਬਾਣੀ ਉਚਾਰੀ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਦੋਂ ਦੂਸਰੇ ਮਤਾਂ ਦੇ ਲੋਕ ਵੀ ਪਾਤਸ਼ਾਹ ਦੇ ਅੱਗੇ, ਪਾਤਸ਼ਾਹ ਦੇ ਕੋਲ ਆ ਕੇ ਕੋਈ ਆਪਣੀ ਸ਼ੰਕਾ ਲੈ ਕੇ ਆਉਂਦੇ ਸੀ, ਕੋਈ ਹਿਰਦੇ ਦਾ ਆਪਣਾ ਕੋਈ ਪ੍ਰਸ਼ਨ ਲੈ ਕੇ ਆਉਂਦੇ ਸੀ, ਉਦੋਂ ਧੁਰ ਕੀ ਬਾਣੀ ਧਰਤੀ ਤੇ ਆਈ। ਔਰ ਇਹ ਜੋ ਬਾਣੀ ਹੈ, ਇਹ ਇੱਕ ਯੁੱਗ ਦੀ ਨਹੀਂ ਹੈ ਸੰਗਤ ਜੀ, ਇਹ ਹਰ ਯੁੱਗ ਦੇ ਵਿੱਚ ਬਾਣੀ, ਧੁਰੋਂ ਬਾਣੀ ਚੱਲਦੀ ਆਈ ਹੈ, ਜੁਗੋ ਬਾਣੀ ਚੱਲਦੀ ਆਈ ਹੈ, ਜਿਹਦਾ ਕਿ ਬਾਣੀ 'ਚ ਪ੍ਰਮਾਣ ਹੈ। ਬਾਣੀ ਵੱਜੀ ਚਹੋ ਜੁਗੀ, ਸੱਚੋ ਸੱਚ ਸੁਣਾਏ। ਬਾਣੀ ਤੇ ਜੁਗਾਂ ਤੋਂ ਬਾਣੀ ਤੁਰਦੀ ਆਈ ਹੈ। ਭੱਟ ਸਾਹਿਬਾਨ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਨਿਰੰਕਾਰ ਕਿਹਾ। ਜਦੋਂ ਨਿਰੰਕਾਰ ਦੀ ਜੋਤ ਦੂਸਰੇ ਨਿਰੰਕਾਰ ਦੇ ਵਿੱਚ ਆਈ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਵਿਚਰਦੇ ਹੁੰਦੇ ਸੀ ਨਾ, ਉਦੋਂ ਆਪਣੇ ਹੱਥ ਮਾਲਾ ਔਰ ਆਪਣੇ ਕੱਛ ਇੱਕ ਕਿਤਾਬ, ਆਸਾ ਹੱਥ ਕਿਤਾਬ ਕੱਛ,
ਆਪਣੇ ਕੋਲ ਹਮੇਸ਼ਾ ਕਿਤਾਬ ਰੱਖਦੇ ਹੁੰਦੇ ਸੀ। ਜਦੋਂ ਜਦੋਂ ਧੁਰ ਕੀ ਬਾਣੀ ਆਈ, ਪਾਤਸ਼ਾਹ ਨੇ ਉਹ ਪੋਥੀ ਦੇ ਵਿੱਚ ਧੁਰ ਕੀ ਬਾਣੀ ਪਾਤਸ਼ਾਹ ਨੇ ਉਹ ਸੁਸ਼ੋਭਿਤ ਕੀਤੀ। ਪਾਤਸ਼ਾਹ ਨੇ ਵਿਚਰਦੇ ਟਾਈਮ, ਪਾਤਸ਼ਾਹ ਨੇ ਆਪਣੇ ਉਦਾਸੀਆਂ ਦੇ ਟਾਈਮ ਬਾਣੀ, ਭਗਤਾਂ ਕੀ ਬਾਣੀ, ਜੋ ਉਹਨਾਂ ਤੋਂ ਪਹਿਲਾਂ ਪਹਿਲਾਂ ਭਗਤ ਆਏ ਸੀ, ਜਿੱਥੋਂ ਜਿੱਥੋਂ ਹੋ ਸਕਿਆ ਪਾਤਸ਼ਾਹ ਨੇ ਉਹ ਬਾਣੀ ਇਕੱਠੀ ਕੀਤੀ। ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਿੱਚ ਟਿਕਾਈ, ਜਿੱਦਾਂ ਸੀਨਾ ਬਰ ਸੀਨਾ ਜੋਤ ਚੱਲੀ, ਉਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਪੋਥੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਦਿੱਤੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੀ ਆਪਣੀ ਬਾਣੀ ਉਚਾਰੀ, ਤੇ ਜਦੋਂ ਗੁਰੂ ਅਮਰਦਾਸ ਜੀ ਦੇ ਵਿੱਚ ਆਪਣੀ ਜੋਤ ਟਿਕਾਈ, ਤੇ ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪੋਥੀ ਔਰ ਆਪਣੀ ਉਚਾਰੀ ਹੋਈ ਬਾਣੀ ਦੀ ਪੋਥੀ ਇਹ ਗੁਰੂ ਅਮਰਦਾਸ ਜੀ ਨੂੰ ਦਿੱਤੀ। ਐਸੇ ਤਰ੍ਹਾਂ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਦੇ ਕੋਲ ਜਦੋਂ ਜੋਤ ਗਈ, ਫਿਰ 3 ਪੋਥੀਆਂ ਗੁਰੂ ਰਾਮਦਾਸ ਜੀ ਦੇ ਕੋਲ ਗਈਆਂ। ਗੁਰੂ ਰਾਮਦਾਸ ਜੀ ਦੇ ਕੋਲ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ ਜੋਤ ਟਿਕੀ, ਜੋਤ ਦੇ ਨਾਲ 4 ਪੋਥੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਗਈਆਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਬਾਣੀ ਨਿਰੰਕਾਰ ਹੈ, ਬਾਣੀ ਪਰਮਾਤਮਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਬਾਣੀ ਪੜ੍ਹੀ ਜਾ ਰਹੀ ਸੀ। ਜਦੋਂ ਬਾਣੀ ਪੜ੍ਹੀ ਤੇ ਵਿੱਚ ਬਾਣੀ ਪੜ੍ਹੀ ਗਈ, ਸਿੱਖਾਂ ਦੇ ਵਿੱਚ ਕੁਝ ਬਾਣੀ ਇਹੋ ਜਿਹੀ ਪੜ੍ਹੀ ਗਈ ਜੋ ਕਿ ਸਿੱਖਾਂ ਨੇ ਕਿਹਾ, ਪਾਤਸ਼ਾਹ, ਉਹਨਾਂ ਨੇ ਪ੍ਰਸ਼ਨ ਕੀਤਾ, ਪਾਤਸ਼ਾਹ ਇਹ ਵੀ ਆਪ ਜੀ ਦੀ ਬਾਣੀ ਹੈ? ਪਾਤਸ਼ਾਹ ਨੇ ਕਿਹਾ, ਕਹਿੰਦੇ ਇਹ ਬਾਣੀ ਸਾਡੀ ਨਹੀਂ ਹੈ। ਜੇ ਪਾਤਸ਼ਾਹ ਇਹ ਤੁਹਾਡੀ ਬਾਣੀ ਨਹੀਂ ਹੈ ਤੇ ਇਹ ਬਾਣੀ ਤੇ ਬਿਲਕੁਲ ਗੁਰਬਾਣੀ ਜਿਵੇਂ ਹੀ ਹੈ, ਆਪ ਜੀ ਦੀ ਬਾਣੀ ਜਿਵੇਂ ਹੀ ਹੈ। ਜੇ ਆਪ ਜੀ ਦੀ ਬਾਣੀ ਨਹੀਂ ਹੈ ਤੇ ਫਿਰ ਇਹ ਕਿਸ ਦੀ ਬਾਣੀ ਹੈ? ਪਾਤਸ਼ਾਹ ਕਹਿੰਦੇ ਇਸ ਬਾਣੀ ਦੇ ਵਿੱਚ ਮਿਲਾਵਟ ਹੈ। ਪਾਤਸ਼ਾਹ ਇਸ ਬਾਣੀ ਦੇ ਵਿੱਚ ਮਿਲਾਵਟ ਕਿਸਨੇ ਕੀਤੀ? ਕਿਸਨੇ ਕੀਤੀ ਮਿਲਾਵਟ? ਪਾਤਸ਼ਾਹ ਨੇ ਕਿਹਾ ਕਿ ਬਾਣੀ ਦੇ ਵਿੱਚ ਮਿਲਾਵਟ ਕੀਤੀ ਹੈ ਈਰਖਾ ਨੇ। ਹੁਣ ਸੰਗਤ ਜੀ, ਸਾਡੇ ਕੋਲ ਇਹ ਬਾਣੀ ਦਾ ਪ੍ਰਕਾਸ਼ ਕਦੋਂ ਹੋਇਆ? ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋਏ। ਬਾਣੀ ਧਰਤੀ ਤੇ ਕਦੋਂ ਆਈ? ਬਾਣੀ ਧਰਤੀ ਤੇ ਉਦੋਂ ਆਈ ਜਦੋਂ ਪਾਤਸ਼ਾਹ ਆਪੇ ਵਿੱਚ ਲੀਨ ਹੁੰਦੇ ਸੀ, ਜਦੋਂ ਧਿਆਨ ਲਗਾਉਂਦੇ ਹੁੰਦੇ ਸੀ, ਜਦੋਂ ਕਿਸੇ ਦੀ ਸ਼ੰਕਾ ਦੂਰ ਕਰਨੀ ਹੁੰਦੀ ਸੀ, ਕਿਸੇ ਦੇ ਮਨ ਦਾ ਰੋਗ ਦੂਰ ਕਰਨਾ ਹੁੰਦਾ ਸੀ, ਕਿਸੇ ਦੇ ਤਨ ਦਾ ਰੋਗ ਦੂਰ ਕਰਨਾ ਹੁੰਦਾ ਸੀ। ਬਾਣੀ ਉਦੋਂ ਧਰਤੀ ਤੇ ਧੁਰ ਕੀ ਬਾਣੀ ਆਈ। ਹੁਣ ਅਸੀਂ ਦੇਖਾਂਗੇ ਇਹ ਬਾਣੀ ਸਾਡੇ ਤੱਕ ਕਿੱਦਾਂ ਪਹੁੰਚੀ। ਜਿੱਦਾਂ ਜੋਤ ਸੀਨਾ ਬਰਸੀਨਾ ਜੋਤ ਆਈ ਅੱਗੇ ਗੁਰੂਆਂ ਦੇ ਵਿੱਚ, ਉਸੇ ਤਰ੍ਹਾਂ ਪੋਥੀ ਵੀ ਹਰ ਇੱਕ ਗੁਰੂ ਦੇ ਕੋਲ, ਹਰ ਗੁਰੂ ਦੀ ਪੋਥੀ ਆਈ। ਹੁਣ ਜਦੋਂ ਪਾਤਸ਼ਾਹ ਨੇ ਸੋਚਿਆ, ਪਾਤਸ਼ਾਹ ਨੇ ਸਿੱਖਾਂ ਨੇ ਕੀਤਾ, ਪਾਤਸ਼ਾਹ ਆਪ ਜੀ ਤੇ ਗੁਰੂ ਹੋ, ਪਰ ਜਦੋਂ ਅਸੀਂ ਬਾਣੀ ਸੁਣਾਂਗੇ ਪਾਤਸ਼ਾਹ, ਸਾਨੂੰ ਤੇ ਪਤਾ ਨਹੀਂ ਚੱਲੇਗਾ ਆਪ ਜੀ ਦੀ ਬਾਣੀ ਕਿਹੜੀ ਹੈ ਔਰ ਮਿਲਾਵਟੀ ਬਾਣੀ ਕਿਹੜੀ ਹੈ, ਔਰ ਇਹ ਬਾਣੀ ਕਿੱਥੋਂ ਆਈ ਹੈ ਮਿਲਾਵਟੀ ਬਾਣੀ। ਤੇ ਪਾਤਸ਼ਾਹ ਨੇ ਕਿਹਾ, ਮਿਹਰਵਾਨ ਪੁੱਤਰ ਪ੍ਰਿਥੀਏ ਕਾ, ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਕਵਿਸ਼ਰੀ ਕਰੇ, ਬਹੁਤ ਸੁੰਦਰ ਕਵਿਸ਼ਰੀ ਕਰਦਾ ਹੈ। ਉਹਦਾ ਲਿਖਣ ਦਾ ਜਿਹੜਾ ਲਿਖਣ ਦਾ ਉਹਦਾ ਸਟਾਈਲ ਹੈ ਉਹ ਗੁਰਬਾਣੀ ਜਿਵੇਂ ਹੀ ਹੈ। ਕਿਉਂਕਿ ਹਿੰਦੀ ਫਾਰਸੀ ਨਾਲੇ ਗੁਰਮੁਖੀ ਪੜ੍ਹੇ। ਸੰਗਤ ਜੀ, ਸੀਗੇ ਤੇ ਉਹ ਬਾਬਾ ਪ੍ਰਿਥੀ ਚੰਦ ਜੀ ਦੇ ਸਪੁੱਤਰ ਨਾ, ਔਰ ਗੁਰੂ ਘਰ ਤੋਂ ਸੰਬੰਧ ਸੀਗਾ ਉਹਨਾਂ ਦਾ, ਤੇ ਗੁਰੂ ਦੀ ਬਾਣੀ ਉਹ ਸੁਣਦੇ ਆ ਰਹੇ ਸੀ, ਪਰ ਮਨ 'ਚ ਖੋਟ ਸੀ। ਉਹ ਨਹੀਂ ਚਾਹੁੰਦੇ ਸੀ ਕਿ ਸਿੱਖ ਪੱਕੀ ਬਾਣੀ, ਸੱਚੀ ਬਾਣੀ ਸੁਣਨ। ਉਹ ਚਾਹੁੰਦੇ ਸੀ ਕਿ ਸਿੱਖ ਕੱਚੀ ਬਾਣੀ ਸੁਣਨ, ਤਾਂ ਕਿ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਹੈ ਸਿੱਖਾਂ ਦਾ, ਉਹ
ਉਹ ਵੀ ਇੰਨਾ ਉਹ ਡੋਲ ਜਾਏ, ਆਤਮਿਕ ਜੀਵਨ ਉਹਨਾਂ ਦਾ ਡੋਲ ਜਾਏ। ਕਿਉਂਕਿ ਸੱਚੀ ਬਾਣੀ ਸੁਣ ਕੇ, ਸੱਚੀ ਬਾਣੀ ਪੜ੍ਹ ਕੇ ਸਿੱਖ ਦਾ ਆਤਮਿਕ ਜੀਵਨ ਇੰਨਾ ਉੱਚਾ ਹੋ ਜਾਂਦਾ ਹੈ ਕਿ ਸਿੱਖ ਫਿਰ ਨਿਰਭਉ ਨਿਰਵੈਰ ਹੋ ਜਾਂਦਾ ਹੈ। ਹੁਣ ਸੰਗਤ ਜੀ ਅਸੀਂ ਦੇਖਦੇ ਹਾਂ ਨਾ, ਕਿਤੇ ਵੀ ਵਿਪਦਾ ਆ ਜਾਏ, ਕਿਤੇ ਵੀ ਆਪਦਾ ਆ ਜਾਏ, ਕਿਤੇ ਵੀ ਕੁਝ ਵੀ ਪ੍ਰੋਬਲਮ ਆ ਜਾਏ ਤੇ ਸਾਰਿਆਂ ਨਾਲੋਂ ਪਹਿਲਾਂ ਕੌਣ ਆਂਦਾ ਹੈ? ਸਿੱਖ ਹੈ। ਇਹ ਸਿੱਖ ਕੌਣ ਹੈ? ਇਹ ਸਿੱਖ ਨੂੰ ਇੰਨੀ ਸ਼ਕਤੀ, ਇੰਨੀ ਅਡੋਲਤਾ, ਇੰਨੀ ਦ੍ਰਿੜਤਾ ਕਿੱਥੋਂ ਮਿਲਦੀ ਹੈ? ਇਹ ਸੱਚੀ ਬਾਣੀ ਤੋਂ ਮਿਲਦੀ ਹੈ, ਇਹ ਗੁਰਬਾਣੀ ਤੋਂ ਮਿਲਦੀ ਹੈ। ਤੇ ਪਾਤਸ਼ਾਹ ਕਹਿੰਦੇ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੇ, ਹਿੰਦੀ ਫਾਰਸੀ ਨਾਲੇ ਗੁਰਮੁਖੀ ਪੜੇ, ਤਿੰਨ ਵੀ ਬਾਣੀ ਬਹੁਤ ਉਚਾਰੀ। ਕਹਿੰਦੇ ਨੇ ਉਹ ਵੀ ਬਾਣੀ ਬਹੁਤ ਉਚਾਰਦੇ ਨੇ, ਬਹੁਤ ਬਾਣੀ ਲਿਖਦੇ ਨੇ। ਭੋਗ ਗੁਰੂ ਨਾਨਕ ਕੋ ਹੀ ਪਾਈ। ਕਹਿੰਦੇ ਨੇ ਜਿਹੜੇ ਅਖੀਰੀ ਪੰਕਤੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲਗਾ ਕੇ ਉਹ ਚਾਹੁੰਦੇ ਨੇ ਕਿ ਸਾਡੀ ਬਾਣੀ ਵੀ ਗੁਰੂਆਂ ਦੀ ਬਾਣੀ ਦੇ ਨਾਲ ਪੜ੍ਹੀ ਜਾਏ। ਪਰ ਫਿਰ ਉਹ ਕਹਿੰਦੇ ਨੇ, ਸਿੱਖ ਕਹਿੰਦੇ ਪਾਤਸ਼ਾਹ ਆਪ ਜੀ ਤੇ ਜਾਣੀ ਜਾਣੋ, ਆਪ ਤੇ ਗੁਰੂ ਹੋ, ਪਰ ਪਾਤਸ਼ਾਹ ਸਾਡਾ ਸੋਚੋ, ਸਾਡਾ ਕੀ ਹੋਏਗਾ? ਸਾਨੂੰ ਨਹੀਂ ਪਤਾ ਚੱਲੇਗਾ ਆਪ ਜੀ ਦੀ ਬਾਣੀ ਕਿਹੜੀ ਹੈ ਔਰ ਮਿਲਾਵਟੀ ਬਾਣੀ ਕਿਹੜੀ ਹੈ। ਸੰਗਤ ਜੀ ਸਾਨੂੰ ਤੇ ਬਾਣੀ ਨੇ ਕਿਹਾ ਹੈ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਕਿ ਸੱਚੀ ਬਾਣੀ ਗਾਣੀ ਹੈ। ਸੱਚੀ ਬਾਣੀ ਕਿਹੜੀ ਹੈ? ਜੋ ਕਿ ਸੱਚ ਦੀ ਸਿਫਤ ਸਲਾਹ ਕਰਦੀ ਹੈ, ਉਹੀ ਸੱਚੀ ਬਾਣੀ ਹੈ। ਔਰ ਉਹ ਬਾਣੀ ਜਿਹੜੀ ਸੱਚੀ ਬਾਣੀ ਹੈ ਉਹ ਕੀ ਹੈ? ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਹੜੀ ਸੱਚੀ ਬਾਣੀ ਹੈ ਨਾ ਉਹ ਸਾਰਿਆਂ ਤੋਂ ਉੱਚੀ, ਸਾਰੀ ਬਾਣੀਆਂ ਦਾ ਸਿਰਮੌਰ ਬਾਣੀ ਹੈ ਸੱਚੀ ਬਾਣੀ। ਔਰ ਸੱਚੀ ਬਾਣੀ ਦੇ ਜਿਹੜੀ ਵਿੱਚ ਤਾਕਤ ਹੈ ਉਹ ਸਿੱਖ ਦੀ ਤਾਕਤ ਹੈ। ਇਹ ਗੁਰਬਾਣੀ ਸਿੱਖ ਦੀ ਤਾਕਤ ਹੈ। ਜਦੋਂ ਗੁਰਬਾਣੀ ਸਿੱਖ ਪੜ੍ਹਦਾ ਹੈ, ਸਿੱਖ ਸੁਣਦਾ ਹੈ, ਇਹ ਸਿੱਖਾਂ ਦੀ ਦ੍ਰਿੜਤਾ ਮਜ਼ਬੂਤ ਕਰਦਾ ਹੈ, ਸਿੱਖ ਨੂੰ ਅਡੋਲ ਬਣਾਉਂਦਾ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਕਿ ਬਾਣੀ ਜਿਹੜੀ ਸਿਫਤ ਸਲਾਹ ਪ੍ਰਭੂ ਦੀ ਕਰਦਾ ਹੈ ਨਾ, ਇਹ ਬਾਣੀ ਵੀ ਅਡੋਲ ਹੈ ਔਰ ਜੋ ਇਹਨੂੰ ਪੜ੍ਹਦਾ ਹੈ ਉਹ ਆਪ ਵੀ ਅਡੋਲ ਹੋ ਜਾਂਦਾ ਹੈ। ਹੁਣ ਸੰਗਤ ਜੀ ਕੱਚੀ ਬਾਣੀ ਪੜ੍ਹ ਕੇ ਪਾਤਸ਼ਾਹ ਨੇ ਇਹ ਵੀ ਲਿਖਿਆ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਆ ਜਿਹੜੇ ਸਤਿਗੁਰੂ ਦੀ ਸਿਫਤ ਸਲਾਹ ਤੋਂ ਇਲਾਵਾ ਕੋਈ ਹੋਰ ਬਾਣੀ ਹੋਏ ਨਾ, ਉਹ ਕੱਚੀ ਬਾਣੀ ਹੈ। ਬਾਣੀ ਤਾਂ ਕੱਚੀ ਸਤਿਗੁਰ ਬਾਝੋਂ, ਹੋਰ ਕੱਚੀ ਬਾਣੀ ਕਹਿੰਦੇ ਕੱਚੇ। ਇਹ ਕੱਚੀ ਬਾਣੀ ਕੌਣ ਕਹਿੰਦਾ ਹੈ? ਕਹਿੰਦੇ ਕੱਚੇ। ਫਿਰ ਉਹਨੂੰ ਸੁਣਦਾ ਕੌਣ ਹੈ? ਸੁਣਦੇ ਕੱਚੇ। ਕੱਚੀ ਆਖ ਵਖਾਣੀ। ਕਹਿੰਦੇ ਨੇ ਕੱਚੀ ਬਾਣੀ ਨੂੰ ਸੁਣ ਕੇ, ਆਖ ਕੇ, ਪੜ੍ਹ ਕੇ ਆਤਮਿਕ ਜੀਵਨ ਵੀ ਕੱਚਾ ਹੋ ਜਾਂਦਾ ਹੈ, ਆਤਮਿਕ ਵੀ ਅਡੋਲਤਾ ਨਹੀਂ ਆਉਂਦੀ। ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖਾਂ ਦੇ ਮੁਖ ਤੋਂ ਇਹ ਸੁਣਿਆ ਕਿ ਪਾਤਸ਼ਾਹ ਅਸੀਂ ਤੇ ਸਾਨੂੰ ਤੇ ਪਤਾ ਹੀ ਨਹੀਂ ਚੱਲੇਗਾ ਕਿ ਆਪ ਜੀ ਦੀ ਬਾਣੀ ਕਿਹੜੀ ਹੈ ਔਰ ਮਿਸ਼ਰਿਤ ਬਾਣੀ ਕਿਹੜੀ ਹੈ, ਮਿਲਾਵਟੀ ਬਾਣੀ ਕਿਹੜੀ ਹੈ। ਇਹ ਸੁਣ ਕੇ ਪਾਤਸ਼ਾਹ ਇੱਕਦਮ ਚੁੱਪ ਹੋ ਗਏ, ਮੌਨ ਹੋ ਗਏ। ਪਾਤਸ਼ਾਹ ਚਿੰਤਿਤ ਹੋ ਗਏ ਤੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਬੁੱਢਾ ਜੀ ਤੁਸੀਂ ਹਰਮੰਦਰ ਸਾਹਿਬ, ਤੁਸੀਂ ਸਾਡੀ ਉੱਥੇ ਥਾਂ ਸੰਭਾਲੋ, ਤੁਸੀਂ ਸਿੱਖਾਂ ਨੂੰ ਉੱਥੇ ਉਪਦੇਸ਼ ਦਵੋ, ਸਾਨੂੰ ਇੱਕ ਬੜਾ ਜ਼ਰੂਰੀ ਕੰਮ ਕਰਨਾ ਹੈ। ਸਾਡੀ ਥਾਂ ਤੇ ਹਰਮੰਦਰ ਸਾਹਿਬ ਤੁਸੀਂ ਬੈਠੋਗੇ ਔਰ ਸਾਨੂੰ ਇੱਕ ਬਹੁਤ ਜ਼ਰੂਰੀ ਕੰਮ ਕਰਨਾ ਹੈ। ਔਰ ਪਾਤਸ਼ਾਹ ਨੇ ਫਿਰ ਜਦੋਂ ਸਿੱਖਾਂ ਦੇ ਮੂੰਹ ਤੋਂ ਇਹ ਸੁਣਿਆ ਤੇ ਬਾਬਾ ਬੁੱਢਾ ਜੀ ਨੂੰ ਹਰਮੰਦਰ ਸਾਹਿਬ 'ਚ ਬਿਠਾ ਕੇ ਆਪ ਪਾਤਸ਼ਾਹ ਨੇ ਇੱਕ ਜਗ੍ਹਾ ਲੱਭੀ। ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਪਾਤਸ਼ਾਹ ਨੇ ਇਹ ਸਾਰੀ ਬਾਣੀ ਇਕੱਤਰਿਤ ਕੀਤੀ ਔਰ ਪਾਤਸ਼ਾਹ ਨੇ ਸਾਰੀ ਬਾਣੀ ਸਾਡੇ ਵਾਸਤੇ ਇਕੱਤਰਿਤ ਕੀਤੀ। ਸੰਗਤ ਜੀ ਪਾਤਸ਼ਾਹ ਨੇ 2 ਤੰਬੂ ਲਗਵਾਏ। ਇੱਕ ਤੰਬੂ ਦੇ ਵਿੱਚ
ਪਾਤਸ਼ਾਹ ਆਪ ਹੁੰਦੇ ਸਨ। ਇੱਕ ਤੰਬੂ ਦੇ ਵਿੱਚ ਭਾਈ ਗੁਰਦਾਸ ਜੀ ਹੁੰਦੇ ਸੀ। ਇੱਕ ਤੰਬੂ 'ਚ ਪਾਤਸ਼ਾਹ ਵਿਸ਼ਰਾਮ ਕਰਦੇ ਹੁੰਦੇ ਸੀ, ਦੂਸਰੇ ਤੰਬੂ 'ਚ ਪਾਤਸ਼ਾਹ ਭਾਈ ਗੁਰਦਾਸ ਜੀ ਹੁੰਦੇ ਸੀ। ਰਾਮਸਰ ਦੇ ਸਾਹਮਣੇ ਗੁਰਦੁਆਰਾ ਬਣਿਆ ਹੈ, ਗੁਰਦੁਆਰਾ ਮੰਜੀ ਸਾਹਿਬ। ਬੇਰੀ ਦੇ ਹੇਠਾਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਉਚਾਰਿਆ। ਸੰਗਤ ਜੀ, ਭਗਤਾਂ ਕੀ ਬਾਣੀ ਜਿਹੜੀ ਜਿਹੜੀ ਤੇ ਪਾਤਸ਼ਾਹ ਨੂੰ ਪੋਥੀਆਂ ਤੋਂ ਮਿਲੀ, ਉਹ ਪਾਤਸ਼ਾਹ ਨੇ ਦਰਜ ਕੀਤੀ ਆਦਿ ਗ੍ਰੰਥ ਵਿੱਚ। ਔਰ ਜਦੋਂ ਪਾਤਸ਼ਾਹ ਇਹ ਸਾਰੀ ਬਾਣੀ ਇਕੱਤਰਿਤ ਕਰ ਰਹੇ ਸੀ ਨਾ, ਉਦੋਂ ਕਈ ਭਗਤ ਸੂਖਸ਼ਮ ਰੂਪ ਵਿੱਚ ਆ ਕੇ ਆਪਣੀ ਬਾਣੀ ਇਹ ਪਾਤਸ਼ਾਹ ਨੂੰ ਦੱਸਦੇ ਗਏ। ਪਾਤਸ਼ਾਹ ਨੇ ਭਗਤਾਂ ਦੀ ਬਾਣੀ ਦਰਜ ਕੀਤੀ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨੇ ਰਾਮ ਰਾਮ ਜਪਿਆ ਉਸ ਦੀ ਬਾਣੀ ਵੀ ਹੈ, ਜਿਨੇ ਅੱਲਾਹੂ ਅੱਲਾਹੂ ਜਪਿਆ ਬਾਬਾ ਫਰੀਦ ਜੀ ਉਹਨਾਂ ਦੀ ਬਾਣੀ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸਾ ਗ੍ਰੰਥ ਹੈ ਜਿਹਦੇ ਵਿੱਚ ਕੋਈ ਜਾਤ ਪਾਤ ਦਾ ਵਰਣ ਭੇਦ ਭਾਵ ਨਹੀਂ ਹੈ। ਪੁਰਾਣੇ ਸਮੇਂ ਦੇ ਵਿੱਚ ਸੰਗਤ ਜੀ ਜਾਤ ਪਾਤ ਦਾ ਇੰਨਾ ਜ਼ਿਆਦਾ ਵੰਡ ਸੀ, ਇੰਨਾ ਜ਼ਿਆਦਾ ਭੇਦ ਭਾਵ ਸੀ ਕਿ ਕਿਸੇ ਛੋਟੀ ਜਾਤੀ ਦੇ ਬੰਦੇ ਨੂੰ ਇਹ ਅਲਾਉਡ ਨਹੀਂ ਹੁੰਦਾ ਸੀ ਕਿ ਉਹ ਵੇਦ ਸ਼ਾਸਤਰ ਸੁਣ ਸਕੇ। ਪੜ੍ਹਨਾ ਤੇ ਦੂਰ ਦੀ ਗੱਲ, ਕਿਉਂਕਿ ਇਹ ਬ੍ਰਾਹਮਣ ਆਪਣੇ ਆਪ ਨੂੰ ਉੱਚੇ ਕੁੱਲ ਦਾ ਮੰਨਦੇ ਸੀ। ਉਹ ਸੋਚਦੇ ਸੀ ਕਿ ਵੇਦ ਸ਼ਾਸਤਰ ਪੜ੍ਹਨਾ ਸਿਰਫ ਸਾਡਾ ਹੀ ਹੱਕ ਹੈ, ਸਾਡੀ ਹੀ ਮਿਲਕੀਅਤ ਹੈ। ਪਰ ਜੋ ਕਿਸੇ ਨੇ ਸੁਣਨਾ ਵੀ ਅਲਾਉਡ ਨਹੀਂ ਹੁੰਦਾ ਸੀ। ਛੋਟੀ ਜਾਤੀ ਵਾਲੇ ਨੂੰ ਅਗਰ ਉਹ ਸੁਣ ਵੀ ਲੈਂਦਾ ਸੀ ਤੇ ਸਿੱਕਾ ਗਰਮ ਕਰਕੇ ਉਹਨਾਂ ਦੇ ਕੰਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀ। ਹੁਣ ਸਾਡੇ ਗੁਰੂਆਂ ਨੇ ਤੇ ਬਾਣੀ ਉਚਾਰੀ। ਗੁਰੂ ਅਮਰਦਾਸ ਜੀ ਜਦੋਂ ਕੁਰੂਕਸ਼ੇਤਰ ਗਏ, ਉੱਥੇ ਪੰਡਤਾਂ ਦੀ ਮੀਟਿੰਗ ਹੋਈ। ਪੰਡਤਾਂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ, ਕਹਿੰਦੇ ਬਾਣੀ ਵੇਦ ਵੀ ਬਾਣੀ ਹੈ, ਸ਼ਾਸਤਰ ਵੀ ਬਾਣੀ ਹੈ, ਸਿਮਰਤੀਆਂ ਵੀ ਬਾਣੀ ਹੈ। ਕਹਿੰਦੇ ਨੇ ਵੇਦ ਨੇ, ਸ਼ਾਸਤਰ ਨੇ, ਪੁਰਾਣ ਨੇ, ਸਿਮਰਤੀਆਂ ਨੇ, ਫਿਰ ਤੁਹਾਨੂੰ ਕੀ ਲੋੜ ਹੈ ਬਾਣੀ ਉਚਾਰਨ ਦੀ? ਤੁਸੀਂ ਕਿਉਂ ਬਾਣੀ ਉਚਾਰ ਰਹੇ ਹੋ? ਬਾਣੀ ਤੇ ਵੇਦ ਸ਼ਾਸਤਰ ਤੇ ਪਹਿਲੇ ਤੋਂ ਚੱਲਦੇ ਆਏ ਨੇ। ਵੇਦ ਹੈਗੇ ਆ, ਸ਼ਾਸਤਰ ਹੈ, ਸਿਮਰਤੀਆਂ ਨੇ, ਪੁਰਾਣ ਨੇ, ਇਹ ਵੀ ਤੇ ਸਭ ਬਾਣੀ ਹੈ। ਫਿਰ ਤੁਸੀਂ ਆਪਣੀ ਬਾਣੀ ਉਚਾਰਨ ਦੀ ਤੁਹਾਨੂੰ ਲੋੜ ਕੀ ਪੈ ਗਈ? ਤੇ ਪਾਤਸ਼ਾਹ ਨੇ ਉਹਨਾਂ ਨੂੰ ਉੱਤਰ ਦਿੱਤਾ। ਪਾਤਸ਼ਾਹ ਕਹਿੰਦੇ ਆ ਸੰਸਾਰ ਤੇ, ਧਰਤੀ ਤੇ ਸਮੁੰਦਰ ਨੇ, ਨਦੀਆਂ ਨੇ, ਨਹਿਰਾਂ ਨੇ, ਖੂਹ ਨੇ, ਦਰਿਆ ਨੇ, ਪਰ ਫਿਰ ਵੀ ਮੀਂਹ ਤੇ ਪੈਂਦਾ ਹੈ ਨਾ। ਧਰਤੀ ਤੇ ਘਾਟਾ ਨਹੀਂ ਨਾ ਪਾਣੀ ਦਾ, ਫਿਰ ਵੀ ਮੀਂਹ ਦਾ ਪਾਣੀ ਧਰਤੀ ਨੂੰ ਆ ਕੇ ਠੰਡਾ ਕਰਦਾ ਹੈ ਨਾ। ਤਪਦੀ ਹੋਈ ਠੰਡੀ ਧਰਤੀ ਨੂੰ ਠੰਡਾ ਕਰਦਾ ਹੈ। ਕਹਿੰਦੇ ਨੇ ਕਿਉਂਕਿ ਉਸ ਸਮੇਂ ਤੇ ਜਾਤ ਪਾਤ ਬੜੀ ਹੁੰਦੀ ਸੀ। ਕਹਿੰਦੇ ਨੇ ਕਿਉਂਕਿ ਉਸ ਸਮੇਂ ਤੇ ਸੰਗਤ ਜੀ ਬ੍ਰਾਹਮਣਾਂ ਦਾ ਖੂਹ ਅਲੱਗ ਹੁੰਦਾ ਸੀ, ਸ਼ੂਦਰਾਂ ਦਾ ਖੂਹ ਅਲੱਗ ਹੁੰਦਾ ਸੀ। ਜਿਸ ਨਦੀ ਤੇ ਬ੍ਰਾਹਮਣ ਇਸ਼ਨਾਨ ਕਰਦੇ ਸੀ, ਉਸ ਨਦੀ ਤੇ ਸ਼ੂਦਰ ਨੀਵੀਂ ਜਾਤ ਵਾਲੇ ਇਸ਼ਨਾਨ ਨਹੀਂ ਕਰ ਸਕਦੇ ਸੀ। ਤੇ ਪਾਤਸ਼ਾਹ ਨੇ ਕਿਹਾ, ਕਹਿੰਦੇ ਇੱਥੇ ਵੀ ਨਦੀਆਂ, ਦਰਿਆ, ਖੂਹ, ਕਿਉਂਕਿ ਖੂਹ ਵੀ ਅਲੱਗ-ਅਲੱਗ ਹੁੰਦੇ ਸੀ। ਖੂਹ ਹੈ, ਨਦੀਆਂ ਹੈ, ਨਹਿਰਾਂ ਨੇ, ਦਰਿਆ ਨੇ, ਤੇ ਤਾਂ ਵੀ ਪਰਮਾਤਮਾ ਬਾਰਿਸ਼ ਕਰਦਾ ਹੈ ਨਾ। ਪ੍ਰਭੂ ਪਰਮਾਤਮਾ ਬਾਰਿਸ਼ ਕਰਦਾ ਹੈ, ਤਪਦੀ ਹੋਈ ਧਰਤੀ ਨੂੰ ਠੰਡਾ ਕਰਦਾ ਹੈ। ਕਹਿੰਦੇ ਕਿਉਂ? ਧਰਤੀ ਦੇ ਵਿੱਚ ਪਾਣੀ ਘੱਟ ਤੇ ਨਹੀਂ ਨਾ, ਧਰਤੀ ਤੇ ਬਥੇਰਾ ਪਾਣੀ ਹੈ। ਫਿਰ ਇਹ ਮੀਂਹ ਕਿਉਂ ਪੈਂਦਾ ਹੈ? ਕਹਿੰਦੇ ਮੀਂਹ ਇਸ ਲਈ ਪੈਂਦਾ ਹੈ ਕਿਉਂਕਿ ਖੂਹ ਤੇ, ਨਹਿਰਾਂ ਤੇ, ਦਰਿਆ ਤੇ ਹਰ ਇੱਕ ਦੀ ਪਹੁੰਚ ਨਹੀਂ ਹੈ। ਭਾਵ ਕਿ ਹਰ ਇੱਕ ਤੁਹਾਡੇ ਵੇਦ ਪੁਰਾਣ ਸ਼ਾਸਤਰ ਨਹੀਂ ਪੜ੍ਹ ਸਕਦਾ। ਪਹਿਲੀ ਗੱਲ ਤੇ ਸੰਗਤ ਜੀ ਉਹ ਸੰਸਕ੍ਰਿਤ ਵਿੱਚ ਹੁੰਦੇ ਸੀ, ਔਰ ਦੂਸਰੀ ਗੱਲ ਕਿਸੇ ਨੂੰ ਹੱਕ ਹੀ ਨਹੀਂ ਸੀ ਕਿ
ਪੰਡਤਾਂ ਤੋਂ ਇਲਾਵਾ ਕੋਈ ਹੋਰ ਪੜ੍ਹ ਸਕੇ। ਤੇ ਕਹਿੰਦੇ ਨੇ ਹਰ ਇੱਕ ਦੀ ਦਰਿਆ ਤੱਕ, ਨਦੀਆਂ ਤੱਕ, ਖੂਹਾਂ ਤੱਕ ਪਹੁੰਚ ਨਹੀਂ ਹੁੰਦੀ, ਇਸ ਲਈ ਪਰਮਾਤਮਾ ਬਾਰਿਸ਼ ਕਰਦਾ ਹੈ, ਮੀਂਹ ਵਰਸਾਉਂਦਾ ਹੈ, ਪਾਣੀ ਵਰਸਾਉਂਦਾ ਹੈ, ਤਾਂ ਕਿ ਜਿੱਥੇ ਜਿੱਥੇ ਜੋ ਜੋ ਮਨੁੱਖ ਬੈਠਾ ਹੈ ਉੱਥੇ ਉੱਥੇ ਜਾ ਕੇ ਉਹਨੂੰ ਪਾਣੀ ਮਿਲ ਜਾਏ, ਉਹਨੂੰ ਮੀਂਹ ਦਾ ਪਾਣੀ ਮਿਲ ਜਾਏ। ਕਹਿੰਦੇ ਇਸੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਜੋ ਬਾਣੀ ਹੈ, ਉਹਨਾਂ ਦਾ ਜੋ ਨਾਮ ਰੂਪੀ ਜੋ ਮੀਂਹ ਹੈ, ਇਹ ਸਾਰਿਆਂ ਤੱਕ ਪਹੁੰਚੇ। ਅਸੀਂ ਬਾਣੀ ਆਪਣੀ ਇਸੇ ਲਈ ਉਚਾਰ ਰਹੇ ਹਾਂ, ਇਸੇ ਲਈ ਬਾਣੀ ਆਪਣੀ ਉਚਾਰ ਰਹੇ ਹਾਂ। ਔਰ ਸੰਗਤ ਜੀ, ਬਾਣੀ ਪਾਤਸ਼ਾਹ ਨੇ ਉਚਾਰੀ ਵੀ ਉਹਨਾਂ ਦੇ ਕੰਪੈਰੇਟਿਵ, ਵੇਦ ਸ਼ਾਸਤਰਾਂ ਦੇ ਕੰਪੈਰੇਟਿਵ ਸਾਡੀ ਬਾਣੀ ਸਮਝ ਆ ਜਾਂਦੀ ਹੈ। ਬਿਲਕੁਲ ਥੋੜੀ ਸੰਗਤ ਜੀ, ਜਿੰਨੀ ਕੁ ਸਮਝ ਪਾਤਸ਼ਾਹ ਬਖਸ਼ਦੇ ਨੇ, ਥੋੜਾ ਥੋੜਾ ਸਾਨੂੰ ਬਾਣੀ ਸਾਨੂੰ ਸਮਝਣ ਵਾਸਤੇ ਸਾਨੂੰ ਸਮਝ ਆਂਦੀ ਹੈ। ਠੀਕ ਹੈ, ਸਾਨੂੰ ਭਾਵ ਅਰਥ ਨਹੀਂ ਸਮਝ ਆਉਂਦੇ, ਪਰ ਸਾਨੂੰ ਕੁਝ ਬਾਣੀ ਦਾ ਅਸੀਂ ਸਮਝ ਸਕਦੇ ਹਾਂ। ਪਾਤਸ਼ਾਹ ਕਹਿੰਦੇ ਨੇ ਪ੍ਰਭੂ ਤੇ ਨਹੀਂ ਵੇਖਦਾ ਕੌਣ ਅਮੀਰ ਹੈ, ਕੌਣ ਗਰੀਬ ਹੈ, ਕਿਹਦੀ ਜਾਤੀ ਉੱਚੀ ਹੈ, ਕਿਹਦੀ ਜਾਤੀ ਨੀਵੀਂ ਹੈ। ਇਸੀ ਤਰ੍ਹਾਂ ਅਸੀਂ ਬਾਣੀ ਉਚਾਰ ਰਹੇ ਹਾਂ ਕਿ ਇਹ ਵਾਲੀ ਇਹ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਇਹ ਹਰ ਇੱਕ ਤੱਕ ਪਹੁੰਚੇ। ਤੇ ਪਾਤਸ਼ਾਹ ਸੰਗਤ ਜੀ, ਇਹੀ ਪੰਕਤੀ ਦੇਖੋ, ਬਾਣੀ ਦੇ ਵਿੱਚ ਵੀ ਇਹਦਾ ਪ੍ਰਮਾਣ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੂ ਵਰਨਾ ਕੋ ਸਾਂਝਾ। ਕਹਿੰਦੇ ਇਹ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਨਾ, ਇਹ ਚੌਹਾਂ ਵਰਗਾਂ ਦੀ ਇਹ ਸਾਂਝੀ ਬਾਣੀ ਹੈ, ਇਹ ਸਾਂਝੀ ਬਾਣੀ ਹੈ, ਇਹਨੂੰ ਕੋਈ ਵੀ ਪੜ੍ਹ ਸਕਦਾ ਹੈ। ਸੰਗਤ ਜੀ, ਗੁਰਬਾਣੀ ਸਾਡੇ ਗੁਰੂਆਂ ਦੀ ਬਾਣੀ ਸਿਰਫ ਇੱਕ ਸਿੱਖ ਹੀ ਨਹੀਂ, ਹਿੰਦੂ ਵੀ ਪੜ੍ਹ ਸਕਦਾ ਹੈ, ਮੁਸਲਮਾਨ ਵੀ ਪੜ੍ਹ ਸਕਦਾ ਹੈ। ਦੂਸਰੇ ਹੁਣ ਅਸੀਂ ਦੇਖ ਰਹੇ ਹਾਂ ਨਾ, ਫੋਰਨ ਕੰਟਰੀਜ਼ ਦੇ ਵਿੱਚ ਕਿੰਨੇ ਅੰਗਰੇਜ਼ ਸਿੱਖ ਬਣ ਰਹੇ ਨੇ, ਕਿੰਨੇ ਅਫਰੀਕਾ ਦੇ ਲੋਕ ਸਿੱਖ ਬਣ ਰਹੇ ਨੇ, ਜੈਪਨੀਜ਼ ਲੋਕ ਦੇਖ ਲਓ ਸਿੱਖ ਬਣ ਰਹੇ ਨੇ। ਇਹ ਤੇ ਸਾਰੀ ਸਾਂਝੀ ਪੂਰੇ ਮਨੁੱਖਤਾ ਦੀ ਇਹ ਸਾਂਝੀ ਬਾਣੀ ਹੈ। ਔਰ ਪਾਤਸ਼ਾਹ ਨੇ ਇਹ ਵੀ ਬਚਨ ਕੀਤਾ, ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਜੀ, ਇਹ ਬਾਣੀ ਸਰਵੋਚਮ ਬਾਣੀ ਹੋਏਗੀ। ਆਉਣ ਵਾਲੇ ਸਮੇਂ 'ਚ ਇਹ ਸਰਵੋਚਮ ਬਾਣੀ ਹੋਏਗੀ। ਹੁਣ ਸੰਗਤ ਜੀ, ਜਦੋਂ ਸੰਪਾਦਨਾ ਹੋ ਗਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜਾਣੀ ਜਾਣ, ਸਭ ਗੱਲਾਂ ਦਾ ਪਤਾ ਹੈ, ਜਾਣੀ ਜਾਣ ਨੇ, ਕਿਉਂਕਿ ਆਪ ਗੁਰੂ ਨੇ, ਨਿਰੰਕਾਰ ਨੇ, ਜੋਤ ਨਿਰੰਕਾਰ ਦੀ ਉਹਨਾਂ ਦੇ ਵਿੱਚ ਹੈ, ਸਭ ਕੁਝ ਜਾਣਦੇ ਨੇ। ਪਰ ਜਦੋਂ ਸੰਪਾਦਨਾ ਹੋ ਗਈ, ਇਕੱਤਰਿਤ ਬਾਣੀ ਹੋ ਗਈ, ਆਦਿ ਗ੍ਰੰਥ ਦੀ ਸੰਪਾਦਨਾ ਹੋ ਗਈ, ਤੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਨੂੰ ਪੁੱਛਦੇ ਨੇ ਕਿ ਹੁਣ ਅਸੀਂ ਇਹਨਾਂ ਦਾ ਆਦਿ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕਰੀਏ। ਤੇ ਹੱਥ ਜੋੜ ਕੇ ਬਾਬਾ ਬੁੱਢਾ ਜੀ ਖੜੇ ਹੋ ਗਏ। ਬਾਬਾ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ, ਮੈਂ ਗਰੀਬ, ਮੈਂ ਤੁਹਾਨੂੰ ਕੀ ਦੱਸ ਸਕਦਾ, ਆਪ ਜੀ ਤੇ ਜਾਣੀ ਜਾਣੋ। ਫਿਰ ਵੀ ਜੇ ਆਪ ਜੀ ਨੇ ਪੁੱਛਿਆ ਹੀ ਹੈ ਤੇ ਪਾਤਸ਼ਾਹ ਆਪ ਜੀ ਨੇ ਤੇ ਜਗ੍ਹਾ ਪਹਿਲਾਂ ਹੀ ਬਣਾ ਦਿੱਤੀ ਹੋਈ ਹੈ, ਜਿੱਥੇ ਸਥਾਪਨਾ ਕਰਨੀ ਹੈ ਆਪ ਜੀ ਨੇ ਤੇ ਹਰਮੰਦਰ ਸਾਹਿਬ ਪਹਿਲਾਂ ਹੀ ਬਣਾ ਦਿੱਤਾ ਹੋਇਆ ਹੈ। ਸੰਗਤ ਜੀ, 1601 ਦੇ ਵਿੱਚ ਹਰਮੰਦਰ ਸਾਹਿਬ ਜੀ ਦੀ ਸੰਪੂਰਨਤਾ ਹੋਈ, ਔਰ 1606 ਦੇ ਵਿੱਚ ਪਹਿਲਾ ਪ੍ਰਕਾਸ਼ ਆਦਿ ਗ੍ਰੰਥ ਦਾ ਹਰਮੰਦਰ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤਾ। ਤੇ ਸੰਗਤ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਕਹਿੰਦੇ ਉਹਨਾਂ ਕੋ ਪੁੱਛ ਕੇ ਕਹਿੰਦੇ ਠੀਕ ਹੈ। ਅਗਲੇ ਦਿਨ ਸੰਗਤ ਜੀ ਦਰਬਾਰ ਸਜਿਆ, ਦਰਬਾਰ ਦੇ ਵਿੱਚ ਸਾਰੀ ਸੰਗਤ ਬੈਠੀ ਹੋਈ ਹੈ। ਬਾਬਾ ਬੁੱਢਾ ਜੀ ਵੀ ਆ ਕੇ ਸੰਗਤ 'ਚ ਪਿੱਛੇ ਜਾ ਕੇ ਬੈਠ ਜਾਂਦੇ ਨੇ। ਕਿੰਨੇ ਨਮਰਤਾ, ਕਿੰਨੀ ਉੱਚੀ ਰੂਹ, ਬ੍ਰਹਮ ਗਿਆਨੀ, ਸਾਗਰ, ਗੁਣਾ ਦਾ ਸਾਗਰ ਬਾਬਾ ਬੁੱਢਾ ਜੀ ਆ ਕੇ ਪਿੱਛੇ ਬੈਠ ਗਏ। ਬਾਬਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਵਾਜ਼ ਲਗਾਈ, ਬਾਬਾ ਜੀ ਅੱਗੇ ਆਓ। ਬਾਬਾ ਜੀ ਜਦੋਂ ਅੱਗੇ ਆਏ ਬਾਬਾ ਬੁੱਢਾ ਜੀ, ਤੇ ਉਹਨਾਂ ਨੂੰ ਬਚਨ ਕੀਤਾ, ਬੁੱਢਾ ਨਿਜ ਸਿਰ ਪਰ ਧਰ ਗ੍ਰੰਥ
ਚਲੋ ਅਗਾਰੀ ਸੁਦਾ ਸਰਪੰਥ। ਕਹਿੰਦੇ ਆਪਣੇ ਸੀਸ ਤੇ ਗ੍ਰੰਥ ਸਾਹਿਬ ਸਜਾਓ ਔਰ ਅੱਗੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਚੱਲਦੇ ਹਾਂ। ਬਾਬਾ ਬੁੱਢਾ ਜੀ ਨੇ 7 ਬਚਨ ਕਹਿ ਕੇ ਆਪਣੇ ਸੀਸ ਤੇ ਆਦ ਗ੍ਰੰਥ ਸਾਹਿਬ ਸੀਸ ਤੇ ਚੁੱਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚੌਰ ਸਾਹਿਬ ਕਰਦੇ ਹੋਏ ਉਹਨਾਂ ਦੇ ਪਿੱਛੇ ਪਿੱਛੇ ਨਾਲ 6 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ, ਪਿਤਾ ਜੀ ਦੇ ਨਾਲ ਉਤਸ਼ਾਹ ਭਰਿਆ ਹੈ ਮਨ ਦੇ ਵਿੱਚ। ਅੱਗੇ ਅੱਗੇ ਬਾਬਾ ਬੁੱਢਾ ਜੀ ਸਿਰ ਤੇ ਗ੍ਰੰਥ ਲੈ ਕੇ ਆਦ ਗ੍ਰੰਥ ਸਾਹਿਬ ਲੈ ਕੇ ਚੱਲ ਪਏ ਨੇ, ਪਿੱਛੇ ਪਿੱਛੇ ਸੰਗਤਾਂ ਔਰ ਪਿੱਛੇ ਚੌਰ ਸਾਹਿਬ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਜਾ ਕੇ 1604 ਦੇ ਵਿੱਚ ਸੁਸ਼ੋਭਿਤ ਪਹਿਲਾ ਪ੍ਰਕਾਸ਼ ਕੀਤਾ। ਉੱਥੇ ਪਾਤਸ਼ਾਹ ਜਦੋਂ ਪਹੁੰਚੇ ਮੰਜੀ ਸਾਹਿਬ ਤੇ, ਮੰਜੀ ਸਾਹਿਬ ਤੇ ਪ੍ਰਕਾਸ਼ ਹੋਇਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। ਜਦੋਂ ਸੰਗਤ ਜੀ ਮੰਜੀ ਸਾਹਿਬ ਤੇ ਪ੍ਰਕਾਸ਼ ਕੀਤਾ, ਉਸ ਸਮੇਂ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਟਾਈਟਲ ਇਹ ਉਦੋਂ ਨਹੀਂ ਮਿਲਿਆ ਸੀ, ਉਦੋਂ ਆਦ ਗ੍ਰੰਥ ਸੀ। ਪਰ ਉਸ ਸਮੇਂ ਦੇ ਮੌਕੇ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਨ। ਪਰ ਜਦੋਂ ਆਦ ਗ੍ਰੰਥ ਸਾਹਿਬ ਜੀ ਮੰਜੀ ਸਾਹਿਬ ਤੇ ਸੁਸ਼ੋਭਿਤ ਹੋ ਗਏ ਤੇ ਸਾਹਮਣੇ ਆਪ ਨੀਚੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਿਰਾਜੇ। ਕਿਉਂਕਿ ਬਾਣੀ ਦਾ ਸਤਿਕਾਰ, ਕਿੰਨਾ ਬਾਣੀ ਦਾ ਸਤਿਕਾਰ। ਔਰ ਪਾਤਸ਼ਾਹ ਜਦੋਂ ਸਾਹਮਣੇ ਬੈਠ ਗਏ ਤੇ ਪਾਤਸ਼ਾਹ ਕਹਿੰਦੇ ਬਾਣੀ ਸਾਡੇ ਤੋਂ ਉੱਚੀ ਹੈ, ਬਾਣੀ ਨਿਰੰਕਾਰ ਹੈ। ਵਾਹੋ ਵਾਹੋ, ਬਾਣੀ ਨਿਰੰਕਾਰ ਹੈ। ਤੇ ਪਾਤਸ਼ਾਹ ਨੇ ਬਾਣੀ ਨੂੰ ਕਿੰਨਾ ਉੱਚਾ ਦਰਜਾ ਦਿੱਤਾ। ਔਰ ਫਿਰ ਜਦੋਂ ਸਾਹਮਣੇ ਬੈਠ ਗਏ, ਫਿਰ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ, ਬੁੱਢਾ ਖੋਲੋ ਗ੍ਰੰਥ ਲੇਹੋ ਆਵਾਜ਼, ਸੁਨੇ ਸਭ ਪੰਥ ਅਦਬ ਸੰਗ ਜਬ ਗ੍ਰੰਥ ਸੋ ਖੋਲਾ। ਉਹਨਾਂ ਨੇ ਬਾਬਾ ਜੀ ਦਾ ਹੁਕਮ ਮੰਨ ਕੇ, ਗੁਰੂ ਸਾਹਿਬ ਦਾ ਹੁਕਮ ਮੰਨ ਕੇ, ਅਦਬ ਸੰਗ ਜਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਜਦੋਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਬਾਬਾ ਬੁੱਢਾ ਜੀ ਗ੍ਰੰਥ ਖੋਲੋ ਤੇ ਹੁਕਮਨਾਮਾ ਲਵੋ, ਪਹਿਲਾ ਜੋ ਉਹਨਾਂ ਨੂੰ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਉਹਨਾਂ ਨੇ ਥਾਪਿਆ। ਸੰਗਤ ਜੀ ਬਾਬਾ ਬੁੱਢਾ ਜੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਹੁਤ ਉੱਚਾ ਸੁੱਚਾ ਔਰ ਬੜਾ ਗਹਿਰਾ ਸੰਬੰਧ ਬਾਬਾ ਬੁੱਢਾ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੈ। ਕਿਸ ਤਰ੍ਹਾਂ? ਇਸ ਤਰ੍ਹਾਂ ਕਿ ਜਦੋਂ ਵੀ ਇੱਕ ਗੁਰੂ ਤੋਂ ਜੋਤ ਦੂਸਰੇ ਗੁਰੂ ਦੇ ਵਿੱਚ ਟਿਕੀ ਤੇ ਸਾਰਿਆਂ ਨਾਲੋਂ ਪਹਿਲਾਂ ਟਿੱਕਾ ਬਾਬਾ ਬੁੱਢਾ ਜੀ ਨੇ ਟਿੱਕਾ ਲਗਾਇਆ ਔਰ ਸਾਰਿਆਂ ਨਾਲੋਂ ਪਹਿਲਾਂ ਸੀਸ ਝੁਕਿਆ ਬਾਬਾ ਬੁੱਢਾ ਜੀ ਦਾ ਗੁਰੂ ਸਾਹਿਬ ਜੀ ਦੇ ਅੱਗੇ। ਤੇ ਇਸ ਲਈ ਸੰਗਤ ਜੀ ਬਾਬਾ ਬੁੱਢਾ ਜੀ ਨੇ ਜਿਸ ਦੇ ਅੱਗੇ ਵੀ ਸੀਸ ਝੁਕਾ ਦਿੱਤਾ, ਜਿਸ ਦੇ ਅੱਗੇ ਸੀਸ ਝੁਕਾ ਦਿੱਤਾ, ਸੰਗਤ ਨੇ ਉਸ ਨੂੰ ਹੀ ਆਪਣਾ ਗੁਰੂ ਮੰਨ ਲਿੱਤਾ। ਬਾਬਾ ਬੁੱਢਾ ਜੀ ਨੇ ਪ੍ਰਿਥੀ ਚੰਦ ਦੇ ਅੱਗੇ ਸੀਸ ਨਹੀਂ ਝੁਕਾਇਆ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਸੀਸ ਝੁਕਾਇਆ ਸੀ। ਔਰ ਸੰਗਤ ਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਗੁਰੂ ਕੌਣ ਨੇ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਪ੍ਰਿਥੀ ਚੰਦ ਦੇ ਅੱਗੇ ਸੀਸ ਨਹੀਂ ਝੁਕਾਇਆ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਸੀਸ ਝੁਕਾਇਆ ਸੀ। ਹੁਣ ਜਦ ਬਾਬਾ ਬੁੱਢਾ ਜੀ ਨੇ ਜਦੋਂ ਪਹਿਲਾ ਹੁਕਮਨਾਮਾ ਲਿੱਤਾ, ਸੰਗਤ ਜੀ ਆਪ ਸਭ ਜਾਣਦੇ ਹੋ ਕਿਹੜਾ ਹੁਕਮਨਾਮਾ ਆਇਆ? ਸੂਹੀ ਮਹੱਲਾ ਪੰਜਵਾਂ। ਸੰਗਤ ਜੀ ਜਿਸ ਦਿਨ ਸਥਾਪਨਾ ਹੋਈ, ਜਿਸ ਦਿਨ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਮੰਦਰ ਸਾਹਿਬ ਦੇ ਵਿੱਚ, ਸੰਗਤ ਜੀ ਸਵੇਰ ਦਾ ਸਮੇਂ ਸੀ, ਲਬਾਲਬ ਸਰੋਵਰ ਜਲ ਨਾਲ ਭਰਿਆ ਹੋਇਆ ਸੀ। ਸੰਗਤ ਜੀ ਅੰਮ੍ਰਿਤ ਵੇਲੇ ਪੰਛੀ ਵੀ ਤੁਹਾਨੂੰ ਪਤਾ ਹੈ ਆਵਾਜ਼ ਕਰਦੇ ਨੇ। ਜਿਹੜਾ ਅੰਮ੍ਰਿਤ ਵੇਲਾ ਹੁੰਦਾ ਹੈ ਕਿੰਨਾ ਸੁਖਦਾਈ ਹੁੰਦਾ ਹੈ, ਕਿੰਨਾ ਸ਼ੀਤਲ ਹੁੰਦਾ ਹੈ, ਕਿੰਨਾ ਮਨ ਨੂੰ ਠੰਡਕ ਦੇਣ ਵਾਲਾ ਹੁੰਦਾ ਹੈ। ਔਰ
ਉਸ ਦਿਨ ਤੇ ਉਤਸ਼ਾਹ ਹੀ ਕੁਛ ਅਲੱਗ ਸੀ। ਕਿਉਂ? ਕਿਉਂਕਿ ਸਥਾਪਨਾ ਹੋ ਰਹੀ ਸੀ ਆਦਿ ਗ੍ਰੰਥ ਸਾਹਿਬ ਜੀ ਦੀ। ਤੇ ਜਦੋਂ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿੱਤਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਬਾਬਾ ਜੀ ਦੀ ਰਸਨਾ ਇੰਨੀ ਮਿੱਠੀ ਸੀ, ਬਾਬਾ ਜੀ ਦੀ ਰਸਨਾ ਤੇ ਇੰਨੀ ਨਿਮਰਤਾ ਸੀ, ਉਹਨਾਂ ਦਾ ਹਿਰਦੇ 'ਚ ਇੰਨੀ ਨਿਮਰਤਾ ਸੀ, ਰਸਨਾ 'ਚ ਇੰਨੀ ਮਿਠਾਸ ਸੀ ਕਿ ਉਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ, ਮਿੱਠੀ ਆਵਾਜ਼ ਦੇ ਵਿੱਚ ਉਹਨਾਂ ਨੇ ਪਹਿਲਾ ਹੁਕਮਨਾਮਾ ਲਿੱਤਾ। ਰਸਨਾ 'ਚ ਇੰਨੀ ਮਿਠਾਸ ਕਿ ਪੰਛੀ ਵੀ ਇੱਕਦਮ ਚੁੱਪ ਹੋ ਕੇ ਰੁਕ ਕੇ ਹੁਕਮਨਾਮਾ ਸਰਵਣ ਕਰ ਰਹੇ ਸੀ। ਸੰਗਤ ਜੀ, ਤਾਲ ਲਬਾਲਬ ਅੰਮ੍ਰਿਤ ਜਲ ਨਾਲ ਭਰਿਆ ਹੋਇਆ ਹੈ। ਅੰਮ੍ਰਿਤ ਵੇਲੇ ਦਾ ਸਮੇਂ ਹੈ। ਪੰਛੀ ਵੀ ਸ਼ਾਂਤ ਹੋ ਕੇ ਹੁਕਮਨਾਮਾ ਸੁਣ ਰਹੇ ਨੇ। ਜਦੋਂ ਬਾਬਾ ਜੀ ਨੇ ਆਪਣੀ ਰਸਨਾ ਤੋਂ ਮਿੱਠੀ ਆਵਾਜ਼ ਦੇ ਵਿੱਚੋਂ, ਮਿੱਠੀ ਆਵਾਜ਼ ਦੇ ਨਾਲ ਜਦੋਂ ਹੁਕਮਨਾਮਾ ਲਿੱਤਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਇੱਕ ਹੋਰ ਹੁਕਮ ਕੀਤਾ, ਬਾਬਾ ਜੀ, ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਸੀ, ਅੱਜ ਉਸੇ ਤਰ੍ਹਾਂ ਤੁਸੀਂ ਸਾਨੂੰ ਜਪਜੀ ਸਾਹਿਬ ਦਾ ਪਾਠ ਵੀ ਸਰਵਣ ਕਰਾਓ। 7 ਬਚਨ ਕਹਿ ਕੇ ਬਾਬਾ ਜੀ ਨੇ, ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੂੰ ਸੁਣਾਇਆ। ਜਦੋਂ ਸ਼ਾਮ ਪਈ, ਸੁਖਾਸਨ ਦੀ ਗੱਲ ਹੋਈ, ਤੇ ਪਾਤਸ਼ਾਹ ਸੁਖਾਸਨ ਕਿੱਥੇ ਹੋਏਗਾ? ਤੇ ਪਾਤਸ਼ਾਹ ਨੇ ਕਿਹਾ ਕਿ ਭਾਈ ਸਾਡੇ ਪਲੰਗੇ ਤੇ ਹੋਏਗਾ। ਤੇ ਪਾਤਸ਼ਾਹ ਆਪ ਜੀ ਦੇ ਪਲੰਗੇ ਤੇ ਸੁਖਾਸਨ ਹੋਏਗਾ, ਤੇ ਆਪ ਜੀ ਦਾ ਫਿਰ ਬਿਸਤਰਾ ਕਿੱਥੇ ਜਾਏਗਾ? ਤੇ ਪਾਤਸ਼ਾਹ ਨੇ ਕਿਹਾ ਕਿ ਸਾਡੀ ਵਿਛਾਈ, ਸਾਡਾ ਆਸਨ ਪਲੰਗੇ ਦੇ ਹੇਠਾਂ ਕਰ ਦੋ, ਪਲੰਗੇ ਦੇ ਨੀਚੇ ਕਰ ਦੋ। ਕਿੰਨੀ ਨਿਮਰਤਾ, ਔਰ ਬਾਣੀ ਨੂੰ ਕਿੰਨਾ ਸਤਿਕਾਰ, ਬਾਣੀ ਨੂੰ ਕਿੰਨਾ ਮਹੱਤਵ, ਬਾਣੀ ਕਿੰਨੀ ਉੱਚੀ ਰੱਖੀ ਪਾਤਸ਼ਾਹ ਨੇ। ਜਦੋਂ ਸੰਗਤ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਸੰਪਾਦਨਾ ਕੀਤੀ ਸੀ, ਉਦੋਂ ਇਹ ਕਿਉਂਕਿ 5ਵੇਂ ਪਾਤਸ਼ਾਹ ਸੀ, ਔਰ ਪਾਤਸ਼ਾਹ ਜਾਣੀ ਜਾਣ, ਪਾਤਸ਼ਾਹ ਨੂੰ ਪਤਾ ਸੀ ਕਿ 9ਵੇਂ ਜਾਮੇ ਦੇ ਵਿੱਚ 9ਵੇਂ ਗੁਰੂ ਨੇ ਬਾਣੀ ਉਚਾਰਨੀ ਹੈ। ਤੇ ਪਾਤਸ਼ਾਹ ਨੇ ਜਦੋਂ ਸਾਰੀ ਬਾਣੀ ਇਕੱਤਰਿਤ ਕੀਤੀ ਆਦਿ ਗ੍ਰੰਥ ਦੇ ਵਿੱਚ, ਤੇ ਪਾਤਸ਼ਾਹ ਨੇ ਅਗਲੇ ਅੰਗ ਪਾਤਸ਼ਾਹ ਨੇ ਐਸੇ ਤਰ੍ਹਾਂ ਛੱਡ ਦਿੱਤੇ ਸੀ। ਕਿਉਂਕਿ ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਾਣੀ ਉਚਾਰੀ ਜਾਏਗੀ, ਤੇ ਹੋਰ ਬਾਣੀ ਉੱਥੇ ਇਕੱਤਰਿਤ ਹੋਏਗੀ, ਉਹਦੇ ਵਿੱਚ ਸੁਸ਼ੋਭਿਤ ਹੋਏਗੀ। 1706 ਦੇ ਵਿੱਚ ਦੁਬਾਰਾ ਸੰਗਤ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਦੁਬਾਰਾ ਸਾਰੀ ਬਾਣੀ ਉਚਾਰੀ ਗਈ, ਕਿਉਂਕਿ ਆਪ ਜੀ ਨੂੰ ਪਤਾ ਹੈ ਇਹ ਪ੍ਰਿਥੀ ਚੰਦ ਜੀ ਦੇ, ਇਹਨਾਂ ਨੇ ਇਹ ਸਾਰੇ ਆਦਿ ਗ੍ਰੰਥ ਸਾਹਿਬ ਲੈ ਗਏ ਸੀ, ਤੇ ਉਹਨਾਂ ਨੇ ਫਿਰ ਕੋਈ ਪੋਥੀ, ਕੋਈ ਉਹਨਾਂ ਨੇ ਨਹੀਂ ਦਿੱਤਾ ਸੀ ਵਾਪਸ। ਜਦੋਂ ਉਹਨਾਂ ਨੇ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭੇਜਿਆ ਸੀ ਕਿ ਜਾਓ ਉਹਨਾਂ ਕੋ ਬਾਣੀ ਲੈ ਕੇ ਆਓ, ਗੁਰੂਆਂ ਦੀ ਬਾਣੀ ਲੈ ਕੇ ਆਓ, ਗ੍ਰੰਥ ਲੈ ਕੇ ਆਓ, ਤੇ ਉਹਨਾਂ ਨੇ ਕਿਹਾ ਸੀ ਕਿ ਕਹਿੰਦੇ ਜੇ ਗੁਰੂ ਹੈ ਤੇ ਆਪਣੇ ਆਪ ਬਾਣੀ ਉਚਾਰ ਲੈਣ। ਔਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਲਿਖਣਸਰ ਸਾਹਿਬ ਗੁਰਦੁਆਰਾ ਲਿਖਣਸਰ ਸਾਹਿਬ, ਉੱਥੇ ਪਾਤਸ਼ਾਹ ਨੇ ਜਦੋਂ ਕੇਸ਼ੀ ਇਸ਼ਨਾਨ ਕਰਕੇ ਪਾਤਸ਼ਾਹ ਬੈਠੇ ਸੀ, ਚੌਂਕੜਾ ਲਗਾਇਆ ਸੀ। ਪਾਤਸ਼ਾਹ ਨੇ ਇੱਕ ਓਂਕਾਰ ਤੋਂ ਲੈ ਕੇ, ਪਹਿਲੇ ਅੰਗ ਤੋਂ ਲੈ ਕੇ, ਪਾਤਸ਼ਾਹ ਨੇ 1430 ਅੰਗ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਕੋ ਲਿਖਵਾਏ ਸੀ। ਭਾਈ ਮਨੀ ਸਿੰਘ ਜੀ ਨੂੰ ਲਿਖਣ ਦਾ ਕੰਮ ਦਿੱਤਾ ਸੀ, ਔਰ ਕਲਮਾ ਘੜਨ ਦਾ ਕੰਮ ਦਿੱਤਾ ਸੀ ਬਾਬਾ ਦੀਪ ਸਿੰਘ ਜੀ ਨੂੰ। ਔਰ ਇਹ ਵੀ ਹਿਦਾਇਤ ਦਿੱਤੀ ਸੀ ਬਾਬਾ ਦੀਪ ਸਿੰਘ ਜੀ ਨੂੰ ਕਿ ਜਿਹੜੀ ਵੀ ਕਲਮ ਤੁਸੀਂ ਘੜ ਕੇ ਦੋਗੇ, ਉਹ ਕਲਮ ਨੂੰ ਦੁਬਾਰਾ ਨਹੀਂ ਘੜਨਾ ਹੈ। ਇਸ ਲਈ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਸੀ ਕਿ ਕਲਮਾਂ ਘੜ ਕੇ ਇਹ ਸਟਾਕ ਵਿੱਚ ਰੱਖਣੀਆਂ ਨੇ। ਔਰ ਪਾਤਸ਼ਾਹ ਨੇ ਕਿਉਂਕਿ ਜਦੋਂ ਪਾਤਸ਼ਾਹ ਨੇ ਇੱਕ ਚੌਂਕੜੇ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਜੀ
ਉਚਾਰ ਕੇ ਭਾਈ ਮਨੀ ਸਿੰਘ ਜੀ ਕੋ ਲਿਖਵਾਇਆ ਸੀ। ਔਰ ਫਿਰ ਜਦੋਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਪੂਰਾ ਜਦੋਂ ਲਿਖਵਾ ਦਿੱਤੇ 1430 ਅੰਗ, ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਉਹਦੇ ਵਿੱਚ ਦਰਜ ਕੀਤੀ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋ ਜਦੋਂ ਪੁੱਛਿਆ ਗਿਆ ਕਿ ਕਿਉਂਕਿ ਸੰਗਤ ਜੀ ਕਲਮਾਂ ਬਹੁਤ ਸਾਰੀਆਂ ਇਕੱਠੀਆਂ ਹੋ ਗਈਆਂ ਸੀ, ਕਿਉਂਕਿ ਘੜ ਕੇ ਕਲਮ ਜਦੋਂ ਲਿਖ ਦਿੱਤੀ ਉਹ ਕਲਮ ਨੂੰ ਦੁਬਾਰਾ ਨਹੀਂ ਘੜਨਾ ਸੀ, ਪਾਤਸ਼ਾਹ ਦੀ ਹਿਦਾਇਤ ਸੀ। ਤੇ ਇੰਨੀਆਂ ਕਲਮਾਂ ਜਦੋਂ ਇਕੱਠੀਆਂ ਹੋ ਗਈਆਂ ਤੇ ਬਾਬਾ ਦੀਪ ਸਿੰਘ ਜੀ ਨੇ ਪੁੱਛਿਆ ਕਿ ਪਾਤਸ਼ਾਹ ਇਹ ਕਲਮਾਂ ਹੁਣ ਅਸੀਂ ਕੀ ਕਰਨੀਆਂ ਨੇ ਇਹ ਕਲਮਾਂ? ਤੇ ਪਾਤਸ਼ਾਹ ਨੇ ਕਿਹਾ ਕਿ ਇਸ ਸਰੋਵਰ ਦੇ ਵਿੱਚ ਸਾਰੀਆਂ ਕਲਮਾਂ ਪਾ ਦਿਓ। ਲਿਖਣ ਸਰ ਸਾਹਿਬ ਸਰੋਵਰ ਦੇ ਵਿੱਚ ਉਹ ਸਾਰੀਆਂ ਕਲਮਾਂ ਲਿਖਣ ਸਰ ਸਰੋਵਰ ਦੇ ਵਿੱਚ ਉਹ ਪਾ ਦਿੱਤੀਆਂ ਗਈਆਂ ਸੀ। ਔਰ ਪਾਤਸ਼ਾਹ ਨੇ ਫਿਰ ਉੱਥੇ ਬਚਨ ਵੀ ਕੀਤਾ ਸੀ ਕਿ ਜੋ ਵੀ ਇੱਥੇ ਆ ਕੇ ਲਿਖੇਗਾ, ਊੜਾ ਐੜਾ ਲਿਖੇਗਾ, ਉਹਨੂੰ ਸੰਗਤ ਜੀ ਉਹਨੂੰ ਗਿਆਨ ਪ੍ਰਾਪਤ ਹੋਏਗਾ, ਉਹਨੂੰ ਵਿਦਿਆ ਦੀ ਪ੍ਰਾਪਤੀ ਹੋਏਗੀ। ਤੇ ਅੱਜ ਵੀ ਉੱਥੇ ਸਭ ਜਾਂਦੇ ਨੇ, ਲਿਖਣ ਸਰ ਸਾਹਿਬ ਜਾਂਦੇ ਨੇ, ਉੱਥੇ ਊੜਾ ਐੜਾ ਲਿਖ ਕੇ ਆਉਂਦੇ ਨੇ ਜਿਨ੍ਹਾਂ ਨੇ ਵਿਦਿਆ ਪ੍ਰਾਪਤ ਕਰਨੀ ਹੁੰਦੀ ਹੈ। ਸੰਗਤ ਜੀ ਇਹ ਵੀ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ 31 ਰਾਗਾਂ ਦੇ ਵਿੱਚ ਬਾਣੀ ਲਿਖੀ ਗਈ ਹੈ, ਪੂਰੇ ਰਾਗਾਂ ਦੇ ਵਿੱਚ ਬਾਣੀ ਲਿਖੀ ਗਈ ਹੈ, ਰਾਗਾਂ ਦੇ ਵਿੱਚ ਸਾਰੀ ਬਾਣੀ ਹੈ। ਔਰ ਰਾਗਾਂ ਦੇ ਨਾਲ ਅੱਗੇ ਘਰ ਵੀ ਦਿੱਤੇ ਹੋਏ ਲਿਖੇ ਹੋਏ ਨੇ, ਜਿਸ ਤਰ੍ਹਾਂ ਰਾਗ ਅੱਗੇ ਘਰ ਦਿੱਤਾ ਹੈ 1 ਤੋਂ ਲੈ ਕੇ 17 ਘਰ। ਇਹ ਘਰ ਹੁੰਦੇ ਨੇ ਤਾਲ, ਕਿਉਂਕਿ ਰਾਗਾਂ ਦੇ ਵਿੱਚ ਬਾਣੀ ਹੈ ਇਸ ਲਈ ਤਾਲ, ਇਹਨੂੰ ਕਿਹੜੀ ਤਾਲ ਦੇ ਨਾਲ, ਕਿਸ ਰਾਗ ਦੇ ਵਿੱਚ ਔਰ ਕਿਸ ਤਾਲ ਦੇ ਨਾਲ ਇਹ ਬਾਣੀ ਨੂੰ ਪੜ੍ਹਨਾ ਹੈ। ਆਪ ਜੀ ਨੂੰ ਪਤਾ ਹੈ ਕਿ 6 ਗੁਰੂਆਂ ਦੀ ਬਾਣੀ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, 15 ਭਗਤਾਂ ਦੀ ਬਾਣੀ ਹੈ, 11 ਭੱਟਾਂ ਦੀ ਬਾਣੀ ਹੈ, ਨਾਲ 4 ਮਹਾਪੁਰਸ਼ਾਂ ਦੀ ਬਾਣੀ ਇਹਦੇ ਵਿੱਚ ਸੁਸ਼ੋਭਿਤ ਹੈ। ਸੰਗਤ ਜੀ ਗੁਰੂਆਂ ਨੇ ਭਗਤਾਂ ਦੀ ਬਾਣੀ ਕੋਈ ਪਾਤਸ਼ਾਹ ਨੇ ਜਾਤ ਨਹੀਂ ਦੇਖੀ, ਜਿਹੜੇ ਭਗਤ ਨੇ ਉਸ ਇੱਕ ਓੰਕਾਰ ਨੂੰ, ਇੱਕ ਓੰਕਾਰ ਦੀ ਸਿਫਤ ਸਲਾਹ ਕੀਤੀ ਹੈ, ਇੱਕ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ। ਪਾਤਸ਼ਾਹ ਨੇ ਉਸ ਭਗਤ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਦਿੱਤਾ ਹੈ, ਚਾਹੇ ਉਹ ਕੋਈ ਰਾਮ ਜਪਣ ਵਾਲਾ ਹੈ ਤੇ ਚਾਹੇ ਕੋਈ ਰਹੀਮ ਅੱਲਾਹੂ ਜਪਣ ਵਾਲਾ ਹੈ। ਪਾਤਸ਼ਾਹ ਨੇ ਕੋਈ ਵੰਡ ਭੇਦ ਭਾਵ ਨਹੀਂ ਕੀਤਾ ਸੰਗਤ ਜੀ। ਔਰ ਬਾਣੀ ਸਾਨੂੰ ਇੱਕੋ ਉਪਦੇਸ਼ ਦਿੰਦੀ ਹੈ ਕਿ ਬਾਣੀ ਪੜ੍ਹ ਕੇ ਆਪਣਾ ਆਤਮਿਕ ਜੀਵਨ, ਸੰਗਤ ਜੀ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਬਾਣੀ ਹੀ ਇਹੋ ਜੀ ਹੈ। ਬਾਕੀ ਤੇ ਜਿਹੜੇ ਵੇਦ ਸ਼ਾਸਤਰ ਨੇ ਇਹ ਸਾਰੇ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਚੋਂ ਮੁਕਤੀ ਪ੍ਰਾਪਤ ਹੁੰਦੀ ਹੈ, ਪਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਡੇ ਗੁਰੂ ਨੇ, ਜੋ ਕਿ ਕਹਿੰਦੇ ਨੇ ਮਨੁੱਖ ਨੂੰ ਆਪਣੇ ਜੀਵਨ ਰਹਿੰਦਿਆਂ ਹੀ ਇਹ ਮੁਕਤੀ ਪ੍ਰਾਪਤ ਕਰ ਸਕਦਾ ਹੈ। ਜੀਵਨ ਰਹਿੰਦੇ ਹੀ, ਆਪਣੇ ਜੀਵਨ ਕਾਲ ਦੇ ਵਿੱਚ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਦੂਜੇ ਧਰਮਾਂ 'ਚ ਤੇ ਕਹਿੰਦੇ ਨੇ ਨਾ ਮਰਨ ਤੋਂ ਬਾਅਦ ਚੋਂ ਮੁਕਤੀ ਪ੍ਰਾਪਤ ਹੁੰਦੀ ਹੈ, ਪਰ ਸਾਡੇ ਗੁਰੂਆਂ ਨੇ ਇੱਕ ਸਰੋਵਰ, ਗੁਣਾ ਦਾ ਖਜ਼ਾਨਾ, ਇੱਕ ਗੁਣਾ ਦਾ ਸਰੋਵਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਦਿੱਤਾ ਹੈ ਕਿ ਹੇ ਮਨੁੱਖ, ਇਸ ਬਾਣੀ ਦੇ ਲੜ ਲੱਗ, ਇਸ ਬਾਣੀ ਨੂੰ ਤੂੰ ਪੜ੍ਹ, ਇਸ ਦੀ ਸ਼ਰਨ ਦੇ ਵਿੱਚ ਤੂੰ ਆ ਜਾ, ਇਸ ਬਾਣੀ ਨੂੰ ਤੂੰ ਆਪਣਾ ਆਪ ਸਮਰਪਿਤ ਕਰ ਦੇ ਤੇ ਵੇਖ ਫਿਰ ਤੇਰਾ ਕੀ ਹੋਏਗਾ, ਤੈਨੂੰ ਜਿੰਦਿਆਂ ਜੀ ਮੁਕਤੀ ਪ੍ਰਾਪਤ ਹੋ ਜਾਏਗੀ। ਸੰਗਤ ਜੀ ਬਾਣੀ ਤੇ 8 ਪਹਿਰ ਪੜ੍ਹਨੀ ਹੈ, 8 ਪਹਿਰ ਪੜ੍ਹਨੀ ਹੈ। ਗੁਰੂਆਂ ਨੇ ਤੇ ਸਾਨੂੰ ਇੰਨੀ ਛੂਟ ਦਿੱਤੀ ਹੋਈ ਹੈ, ਸਾਨੂੰ ਕਿਸੇ ਬੰਦਿਸ਼ ਦੇ ਵਿੱਚ ਨਹੀਂ ਰੱਖਿਆ ਕਿ ਮੇਰੇ ਸਿੱਖ ਚਾਹੇ ਬੈਠਦਿਆਂ, ਉੱਠਦਿਆਂ, ਸੌਂਦਿਆਂ, ਜਾਗਦਾ ਕਿਸੇ ਵੇਲੇ ਵੀ ਉਹਨੇ ਆਪਣੇ ਮੁਖ ਤੋਂ ਵਾਹਿਗੁਰੂ 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 ਗੁਰੂ ਮੰਤਰ ਹੈ, ਇਹ ਮੰਤਰ ਜਪਦਾ ਜਾਏਗਾ ਤੇ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਤੇ ਸੰਗਤ ਜੀ ਬਾਣੀ ਤੇ ਜਿੰਨੀ ਪੜੀ ਜਾਏ, ਜਿੰਨੀ ਸੁਣੀ ਜਾਏ ਓਨਾ ਘੱਟ ਹੈ, ਕਿਉਂਕਿ ਬਾਣੀ ਪੜ੍ਹ ਕੇ ਉਧਾਰ ਹੁੰਦਾ ਹੈ, ਬਾਣੀ ਸੁਣ ਕੇ ਉਧਾਰ ਹੁੰਦਾ ਹੈ। ਔਰ ਬਾਣੀ ਜੇ ਅਸੀਂ ਆਪਣੇ ਮਨ 'ਚ ਵਸਾ ਲਈਏ ਤੇ ਸੰਗਤ ਜੀ ਫਿਰ ਤੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਸਾਰਾ ਇੱਥੇ ਵੀ ਸਾਨੂੰ
ਸਾਡੀ ਜੈ ਜੈਕਾਰ ਹੁੰਦੀ ਹੈ, ਉਸ ਦਰਗਾਹ ਦੇ ਵਿੱਚ ਜਾ ਕੇ ਵੀ ਜੈ ਜੈਕਾਰ ਹੁੰਦੀ ਹੈ। ਆਓ ਸੰਗਤ ਜੀ ਅੱਜ ਹੁਣ ਮਿਲ ਕੇ ਅਸੀਂ ਸ਼ਬਦ ਪੜ੍ਹਦੇ ਹਾਂ। ਅੱਜ ਅਸੀਂ ਜਿਹੜਾ ਸ਼ਬਦ ਲਿੱਤਾ ਹੈ ਉਹ ਹੈ ਆਸਾ ਮਹੱਲਾ ਚੌਥਾ। ਸਤ ਸਤ ਸਤਿਗੁਰੂ ਨਾਮ ਦ੍ਰਿੜਾਇਆ, ਰਸ ਗਾਏ ਗੁਣ ਪਰਮਾਨੰਦਾ। ਕਹਿੰਦੇ ਨੇ ਜਿਸ ਨੇ ਵੀ ਸਤ ਸਤ ਸਤਿਗੁਰੂ ਨਾਮ ਦ੍ਰਿੜਾਇਆ, ਜਿਸ ਨੇ ਵੀ ਆਪਣੇ ਹਿਰਦੇ ਦੇ ਵਿੱਚ ਸਤ ਦਾ ਨਾਮ, ਸਤਿਗੁਰੂ ਦਾ ਨਾਮ, ਸਤਨਾਮ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਦਿੱਤਾ ਨਾ, ਆਪਣੀ ਰਸਨਾ ਤੋਂ ਉਹ ਗੁਣ ਗਾਏ, ਤੇ ਉਹਦਾ ਫਿਰ ਕੀ ਹੁੰਦਾ ਹੈ? ਉਹਦਾ ਹੈ ਜਪ। ਜਪ ਸੰਗਤ ਜੀ ਸ਼ੁਰੂ ਹੁੰਦਾ ਹੈ ਸ਼ਬਦ ਗੁਣ ਗਾਵਾਂ ਗੁਣ ਬੋਲੀ ਬਾਣੀ। ਜਿਹੜਾ ਮਨੁੱਖ ਕਹਿੰਦੇ ਨੇ, ਜਿਹੜਾ ਮਨੁੱਖ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹ ਬਾਣੀ ਬੋਲਦਾ ਹੈ, ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ। ਕਹਿੰਦੇ ਨੇ ਗੁਰਮੁਖ ਉਹ ਹਰ ਗੁਣ, ਉਹਦੇ 'ਚ ਸਾਰੇ ਗੁਣ, ਉਹਦੇ ਗੁਰਮੁਖ ਜਿਹੜੇ ਗੁਣ ਹੁੰਦੇ ਨੇ ਉਹਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ। ਜਿਹੜਾ ਕਿ ਵਾਹਿਗੁਰੂ ਦਾ ਨਾਮ ਆਪਣੀ ਰਸਨਾ ਤੋਂ ਗਾਉਂਦਾ ਹੈ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਫਿਰ ਉਹਦਾ ਕੀ ਹੁੰਦਾ ਹੈ? ਹਰ ਗੁਣ ਗਾਵੇ ਹਰ ਜਨ ਲੋਗਾ, ਵੱਡੇ ਭਾਗ ਪਾਏ ਹਰ ਜੋਗਾ। ਕਹਿੰਦੇ ਜੋ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਵੱਡੇ ਭਾਗ ਪਾਏ ਹਰ ਨਿਰਜੋਗਾ। ਕਹਿੰਦੇ ਉਹਦੇ ਬੜੇ ਵੱਡੇ ਭਾਗ ਹੁੰਦੇ ਨੇ ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਉਹਨੂੰ ਪਰਮਾਤਮਾ ਆਪ ਚੁਣਦਾ ਹੈ ਕਿ ਮੇਰੀ ਸਿਫਤ ਸਲਾਹ ਕਿੰਨੇ ਕਰਨੀ ਹੈ, ਉਹਦੇ ਵੱਡੇ ਭਾਗ ਹੁੰਦੇ ਨੇ। ਗੁਣ ਵੀ ਹੋਣ ਮਾਇਆ ਮਲ ਧਾਰੀ। ਕਹਿੰਦੇ ਨੇ ਗੁਣ ਵੀ ਹੋਣ, ਜੋ ਪਰਮਾਤਮਾ ਨੂੰ ਛੱਡ ਕੇ ਇਹ ਮਾਇਆ ਦੇ ਪਿੱਛੇ ਬਾਕੀ ਕੰਮਾਂ 'ਚ ਰਹਿ ਜਾਂਦਾ ਹੈ ਨਾ, ਉਹਦਾ ਫਿਰ ਮਨ ਕੀ ਹੁੰਦਾ ਹੈ? ਉਹਦਾ ਮਨ ਨਾ ਮੈਲਾ ਹੋ ਜਾਂਦਾ ਹੈ, ਸਭ ਮੈਲ ਨਾਲ ਭਰ ਜਾਂਦਾ ਹੈ। ਵਿਨ ਗੁਣ ਜਨਮ ਮੂਏ ਅੰਕਾਰੀ। ਕਹਿੰਦੇ ਨੇ ਫਿਰ ਜਦੋਂ ਜਿਹਦਾ ਮਨ ਮੈਲਾ ਹੋ ਜਾਏਗਾ ਫਿਰ ਕੀ ਹੋਏਗਾ? ਉਹਨੂੰ ਤੇ ਬਾਰ-ਬਾਰ ਜਨਮ ਮਰਨ ਦੇ ਗੇੜੇ ਦੇ ਵਿੱਚ ਉਹਨੇ ਫਸਿਆ ਰਹਿਣਾ। ਇਸੇ ਲਈ ਤੇ ਕਹਿੰਦੇ ਨੇ ਬਾਣੀ ਦੇ ਲੜ ਲੱਗੀਏ, ਬਾਣੀ ਨੂੰ ਧਾਰਨ ਕਰੀਏ ਤੇ ਜੀਂਦਿਆਂ ਜੀ ਮੁਕਤੀ ਪ੍ਰਾਪਤ ਹੋ ਸਕਦੀ ਹੈ। ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਜਦੋਂ ਬਾਣੀ ਅਸੀਂ ਪੜ੍ਹ ਕੇ ਜਿਹੜਾ ਮਨੁੱਖ ਆਪਣੇ ਸਰੀਰ ਨੂੰ ਸਰੋਵਰ ਬਣਾ ਲੈਂਦਾ ਹੈ, ਗੁਣਾਂ ਦਾ ਸਰੋਵਰ ਬਣਾ ਲੈਂਦਾ ਹੈ, ਕਿਉਂਕਿ ਬਾਣੀ ਨੂੰ ਪੜ੍ਹਦੇ ਜਾਓ ਨਿਤ ਪੜ੍ਹਦੇ ਜਾਓ। ਇਸੇ ਲਈ ਤੇ ਕਹਿੰਦੇ ਨੇ ਨਿਤ ਨੇਮ ਕਰਨਾ ਹੈ, ਬਾਣੀ ਨਿਤਾ ਪ੍ਰਤੀ ਪੜ੍ਹਨੀ ਹੈ। ਕਿਉਂ? ਕਿਉਂਕਿ ਬਾਣੀ ਸਾਨੂੰ ਅੱਛੇ ਗੁਣ ਅੱਛੇ ਮਾਰਗ ਦੱਸਦੀ ਹੈ। ਜੇ ਅਸੀਂ ਰੋਜ਼ ਪੜਾਂਗੇ ਤੇ ਅਸੀਂ ਫਿਰ ਕੋਈ ਗਲਤ ਕੰਮ ਕਰਨ ਤੋਂ ਹਿਚਕਿਚਾਵਾਂਗੇ। ਤੇ ਸਰੀਰ ਸਰੋਵਰ ਗੁਣ ਪ੍ਰਗਟ ਕੀਏ। ਬਾਣੀ ਸਾਡੇ ਸਰੀਰ ਨੂੰ ਗੁਣਾਂ ਦਾ ਸਰੋਵਰ ਬਣਾ ਦਿੰਦੀ ਹੈ। ਨਾਨਕ ਗੁਰਮੁਖ ਮੱਥ ਤਤ ਕੜੀਏ। ਕਹਿੰਦੇ ਨੇ ਜਿਸ ਤਰ੍ਹਾਂ ਕਿਸੇ ਨੂੰ ਜਦੋਂ ਤੱਤ ਕੱਢਦੇ ਨੇ ਨਾ, ਜਿੱਦਾਂ ਦੁੱਧ ਨੂੰ ਰਿੜਕ ਕੇ ਉਹਦੇ ਚੋਂ ਮੱਖਣ ਨਿਕਲਦਾ ਹੈ, ਤੇ ਬਾਣੀ ਦਾ ਤੱਤ ਕੀ ਹੈ? ਬਾਣੀ ਦਾ ਤੱਤ ਇਹੀ ਹੈ ਕਿ ਅਡੋਲ ਬਣ ਜਾਂਦਾ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਜਿਸ ਵਾਸਤੇ ਅਸੀਂ ਇੱਥੇ ਆਏ ਹਾਂ। ਇਸ ਲਈ ਸਤ ਸਤ ਸਤਿਗੁਰੂ ਨਾਮ ਦ੍ਰਿੜਾਇਆ, ਰਸ ਗਾਏ ਗੁਣ ਪਰਮਾਨੰਦਾ। ਜਿਹੜਾ ਮਨੁੱਖ ਆਪਣੇ ਮਨ ਦੇ ਅੰਦਰ ਸਤਨਾਮ ਦਾ ਨਾਮ ਦ੍ਰਿੜ ਕਰ ਲੈਂਦਾ ਹੈ ਔਰ ਆਪਣੀ ਰਸਨਾ ਤੋਂ ਸਿਫਤ ਸਲਾਹ ਕਰਦਾ ਹੈ ਪਰਮਾਤਮਾ ਦੀ, ਜਪ ਨਾਮ ਮਨ ਪਿਆ ਆਨੰਦਾ। ਉਸ ਫਿਰ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਉਹਨੂੰ ਪਰਮ ਆਨੰਦ ਮਿਲ ਜਾਂਦਾ ਹੈ, ਉਹਦਾ ਆਨੰਦ ਭਰ ਜਾਂਦਾ ਹੈ, ਉਹਦਾ ਮਨ ਉਹਦਾ ਰਸ ਦੇ ਨਾਲ, ਨਾਮ ਰਸ ਦੇ ਨਾਲ ਭਰ ਜਾਂਦਾ ਹੈ। ਆਓ ਸੰਗਤ ਜੀ ਇਹ ਸ਼ਬਦ ਪੜ੍ਹਦੇ ਹਾਂ। ਸੰਗਤ ਜੀ ਵਿਚਾਰਾਂ ਸਾਂਝੇ ਕਰਦੇ ਹੋਏ ਬੇਅੰਤ ਗਲਤੀਆਂ ਭੁੱਲਾਂ ਬੇਦਬੀਆਂ ਹੋ ਜਾਂਦੀਆਂ ਨੇ। ਗੁਰੂ ਔਰ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਸੰਗਤ ਜੀ, ਬਖਸ਼ ਲੈਣਾ। ਆਓ ਅਸੀਂ ਹੁਣ ਸ਼ਬਦ ਪੜ੍ਹੀਏ।
सत सत सतगुर नाम दृढ़ाया। सत सत सतगुर नाम दृढ़ाया। विण विहूण माया मल तारी। विण गुण जन्म मुए अहंकारी। गुण विहूण माया मल तारी। विण गुण जन्म मुए अहंकारी। जप जप नाम मन पया आनंदा। जप जप नाम मन पया आनंदा। सत सत सतगुर नाम दृढ़ाया। सत सत सतगुर नाम दृढ़ाया। शरीर सरोवर गुण प्रगट किए। नानक गुर मुख मथ तत कड़िए। शरीर सरोवर प्रगट किए। नानक गुरमुख मथ तत कड़िए। जप जप नाम मन पया आनंदा। जप जप नाम मन पया आनंदा। सत सत सतगुर नाम दृढ़ाया। सत सत सतगुर नाम दृढ़ाया। सत सत सतगुर नाम दृढ़ाया। रस गाए गुण परमानंदा। रस गाए गुण परमानंदा। सत सत सतगुर नाम दृढ़ाया। सत सत सतगुर नाम दृढ़ाया। सत सत सतगुर नाम दृढ़ाया। वाहिगुरु। श्लोक। पवन गुरु पाणी पिता माता तरत महत। दिवस रात दोई दाई दाया खेले सब जगत। चंगियाइयां बुराइयां वाचे धर्म दूर। करमी आपो अपनी के नेड़े कै दूर। जिन्नी नाम ते आया गए मुशक्कत काल। नानक ते मुख उजले केती छुट्टी नाल। जिन्नी नाम ते आया गए मुशक्कत काल। नानक ते मुख उजले केती छुट्टी नाल। वाहिगुरु जी का खालसा वाहिगुरु जी की फतेह। संगत जी ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।